ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਔਰ ਤੁਸੀਂ ਇਸ ਪ੍ਰੋਗਰਾਮ ਨੂੰ ਸੋਮਵਾਰ ਤੋਂ ਲੈ ਕੇ ਵੀਰਵਾਰ 7 ਤੋਂ 8 ਜ਼ਰੂਰ ਦੇਖਿਆ ਕਰੋ ਔਰ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਵੇਂ ਵਿਸ਼ੇ ਅਤੇ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਸਾਂਝ ਪਵਾਈਏ, ਉੱਥੇ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਜਿੰਨੇ ਵੀ ਵਿਸ਼ੇ ਔਰ ਮਹਿਮਾਨ ਅਸੀਂ ਇੱਥੇ ਲੈ ਕੇ ਆਉਂਦੇ ਹਾਂ ਉਹਨਾਂ ਨੂੰ ਕੁਛ ਇਸ ਤਰ੍ਹਾਂ ਦਾ ਤਜਰਬਾ ਹੋਵੇ ਜਿਹਦੇ ਨਾਲ ਕਮਿਊਨਿਟੀ ਦੇ ਵਿੱਚ ਜਾਗਰੂਕਤਾ ਫੈਲ ਸਕੇ। ਔਰ ਇਸੇ ਲੜੀ ਦੇ ਵਿੱਚ ਅੱਜ ਸਾਡੇ ਕੋਲੇ ਨੀਨਾ ਟਾਂਗਰੀ ਜੀ ਨੇ ਜੋ ਕਿ MPP ਮਿਸੀਸਾਗਾ ਸਟ੍ਰੀਟਸਵਿਲ ਤੋਂ ਨੇ ਔਰ ਨਾਲ ਉਹਨਾਂ ਦੇ ਪਾਰਲੀਮੈਂਟਰੀ ਅਸਿਸਟੈਂਟ ਟੂ ਦੀ ਮਿਨਿਸਟਰ ਆਫ ਇਕੋਨੋਮਿਕ ਡਿਵੈਲਪਮੈਂਟ ਦੇ ਨਾਲ ਵੀ ਇੱਕ ਉਹਨਾਂ ਦਾ ਅਹੁਦਾ ਹੈ। ਤਾਂ ਅੱਜ ਅਸੀਂ ਖਾਸ ਤੌਰ 'ਤੇ ਵਿਕਟੋਰੀਆ ਡੇ ਦੇ ਸੰਬੰਧਿਤ ਸਪੈਸ਼ਲ ਜਿਹੜਾ ਅੱਜ ਅਸੀਂ ਨੀਨਾ ਟਾਂਗਰੀ ਜੀ ਨੂੰ ਬੇਨਤੀ ਕੀਤੀ ਬਹੁਤ ਸ਼ਾਰਟ ਨੋਟਿਸ 'ਤੇ ਔਰ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨੀਨਾ ਜੀ। ਔਰ ਜੀ ਸੋ ਦਰਸ਼ਕੋ ਮੈਂ ਨਾਲ ਦੀ ਨਾਲ ਇਹ ਵੀ ਦੱਸ ਦੇਵਾਂ ਕਿ ਨੀਨਾ ਟਾਂਗਰੀ ਜੀ ਦੀ ਜਿਹੜੀ ਹੁਣ ਜਿਹੜੀ ਗੌਰਮੈਂਟ ਚੱਲ ਰਹੀ ਹੈ ਪ੍ਰੋਵਿੰਸ ਓਨਟਾਰੀਓ ਦੇ ਵਿੱਚ ਉਹ ਵਜ਼ਾਰਤ ਦੇ ਵਿੱਚ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਕੱਲ੍ਹ ਤੋਂ ਟਿਊਜ਼ਡੇ ਤੋਂ ਕਾਫੀ ਬਿਜ਼ਨਸ ਜਿਹੜੇ ਓਪਨ ਹੋ ਰਹੇ ਆ ਉਹਦੇ ਸੰਬੰਧਿਤ ਜਿਹੜੇ ਸਵਾਲ ਜਵਾਬ ਅਸੀਂ ਕਰਾਂਗੇ। ਅਗਰ ਤੁਹਾਡੇ ਜ਼ਿਹਨ 'ਚ ਕਿਸੇ ਕਿਸਮ ਦਾ ਸਵਾਲ ਹੋਇਆ ਜਾਂ ਕੋਈ ਸੁਝਾਅ ਹੋਇਆ ਤਾਂ ਤੁਸੀਂ ਸਕਰੀਨ ਉੱਪਰ ਚੱਲ ਰਹੇ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਨਾਲ ਵਿਕਟੋਰੀਆ ਡੇ ਦੇ ਸੰਬੰਧਿਤ ਜੇ ਤੁਸੀਂ ਵਧਾਈ ਦੇਣੀ ਚਾਹੁੰਦੇ ਆ ਜਾਂ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲੇ ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ। ਬੜੇ ਅੱਛੇ ਦਿਨ ਹੈਗੇ ਐਕਚੁਅਲੀ ਅੱਜ ਵਿਕਟੋਰੀਆਜ਼ ਡੇ ਹਰ ਸਾਲ ਅਸੀਂ ਮਨਾਉਂਦੇ ਹੈ ਦ 3rd Monday in May। ਵੈਸੇ ਕੁਈਨ ਵਿਕਟੋਰੀਆ ਜੋ ਸੀਗੇ ਉਹਨਾਂ ਦੀ ਜਨਮ ਸੀਗੇ ਮਈ 24 ਨੂੰ 1819। ਸੋ ਉਸ ਤੋਂ ਬਾਅਦ ਸਿੰਸ 1845 ਸੋ ਬਹੁਤ ਪੁਰਾਣੀ ਗੱਲ ਹੈ ਕੈਨੇਡਾ ਦੇ ਵਿੱਚ ਇੱਥੇ ਮਤਲਬ ਹੌਲੀਡੇ ਬਣਾ ਰਹੀ ਹੈ। ਸੋ ਆਈ ਜਸਟ ਵਾਂਟ ਟੂ ਵਿਸ਼ ਐਵਰੀਬਡੀ ਆਊਟ ਦੇਅਰ ਵੈਰੀ ਵੈਰੀ ਹੈਪੀ ਵਿਕਟੋਰੀਆਜ਼ ਡੇ। ਐਤਕੀ ਅਨਫੋਰਚੁਨੇਟਲੀ ਮੌਸਮ ਕੁਛ अच्छे नहीं रही and we're looking forward to the summer comings. Victoria Day is usually the beginning of summer. We look forward to it, but as well just as on Sabbath we are going through a very difficult time right now, of course, because of COVID-19, but otherwise kuch kafi discussion karenge. Thank you। ਸੋ ਨੀਨਾ ਜੀ ਜਿਵੇਂ ਦੱਸ ਰਹੇ ਹੋ ਕਿ ਵਿਕਟੋਰੀਆ ਡੇਜ਼ ਦੇ ਜਿਹੜਾ ਹੁਣ COVID-19 ਦੇ ਕਰਕੇ ਜਾਂ ਪੈਂਡੈਮਿਕ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਤਾਂ ਸਾਡੇ ਕੋਲੇ ਬੜੀਆਂ ਦਿੱਕਤਾਂ ਹੈਗੀਆਂ ਕਿ ਅਸੀਂ ਉਸ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਮਤਲਬ ਇਹਨੂੰ ਇੰਜੋਏ ਨਹੀਂ ਕਰ ਰਹੇ, ਸੈਲੀਬ੍ਰੇਟ ਨਹੀਂ ਕਰ ਰਹੇ। ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲੰਘ ਵੀ ਗਏ, ਆਉਣੇ ਵੀ ਆ। ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹਣਾ ਜਿਵੇਂ ਕਿ ਓਨਟਾਰੀਓ ਦਾ ਜਿਹੜਾ ਕੱਲ੍ਹ ਉਹ ਕਹਿੰਦੇ ਕਾਫੀ ਬਿਜ਼ਨਸ ਓਪਨ ਹੋਣੇ ਆ ਟਿਊਜ਼ਡੇ ਨੂੰ ਓਫੀਸ਼ਲੀ ਜਿਹੜਾ ਉਹਦੇ ਬਾਰੇ ਇੱਕ ਤਾਂ ਮੈਂ ਜਾਣਨਾ ਚਾਹੁੰਦਾ ਕਿਹੜੇ ਕਿਹੜੇ ਬਿਜ਼ਨਸ ਆ ਜਿਹੜੇ ਓਪਨ ਹੋ ਰਹੇ ਆ ਔਰ ਕਿਹੜੇ ਕਿਹੜੇ ਬਿਜ਼ਨਸ ਦੇ ਉੱਪਰ ਹਾਲੇ ਵੀ ਰਿਸਟ੍ਰਿਕਸ਼ਨਸ ਜਿਹੜੀਆਂ ਰਹਿਣਗੀਆਂ। ਹਾਂਜੀ ਕਾਫੀ ਇੰਪੋਰਟੈਂਟ ਜੋ ਹੈਗੇ ਆਪਣੇ ਜੋ ਰੀਟੇਲ ਸਟ੍ਰਿਪ ਪਲਾਜ਼as ਔਰ ਜਿਨ੍ਹਾਂ ਦੀ ਬਿਜ਼ਨਸਿਸ ਹੈ ਮਤਲਬ ਸਟਰੀਟ ਐਂਟਰੈਂਸ ਹੈਗੇ ਆ। ਸੋ ਇਸ ਵੇਲੇ ਮਾਲਸ ਨਹੀਂ ਅਸੀਂ ਖੋਲ ਰਹੇ ਆ ਬਟ ਜੇ ਤੁਹਾਡੇ ਬਿਜ਼ਨਸ ਹੈ ਇਫ ਇਟਸ ਔਨ ਅ ਸਟਰੀਟ ਲੈਵਲ ਤੇ ਤੁਹਾਡੇ ਬਾਹਰ ਦੀ ਐਂਟਰੈਂਸ ਹੈਗੇ ਉਹ ਖੋਲ ਸਕਦੇ। ਪਹਿਲੇ ਸੀਗੇ ਕਰਬ ਸਾਈਡ ਪਿਕਅਪ, ਉਹ ਵੈਸੇ ਅਸੀਂ ਪਹਿਲੇ ਖੋਲ ਦਿੱਤਾ ਸੀਗੇ ਪਰ ਹੁਣ ਅਸੀਂ ਬਿਜ਼ਨਸਿਸ ਨੂੰ ਅਸੀਂ ਇਜਾਜ਼ਤ ਦੇ ਦਿੱਤੇ। ਜੋ ਵੀ ਅਸੀਂ ਡਿਸੀਜਨ ਬਣਾਉਂਦੇ ਆ ਉਹ ਚੀਫ ਮੈਡੀਕਲ ਆਫਿਸਰ ਆਫ ਹੈਲਥ ਉਹਨਾਂ ਦੀ ਸਲਾਹ ਨਾਲ ਉਹਨਾਂ ਦੀ ਐਡਵਾਈਸ ਨਾਲ ਅਸੀਂ ਹਰ ਸਟੈਪ ਲੈ ਰਹੇ ਹਾਂ ਕਿਉਂਕਿ ਸਭ ਤੋਂ ਇੰਪੋਰਟੈਂਟ ਤੁਹਾਨੂੰ ਪਤਾ ਹੈ ਅਸੀਂ ਬਹੁਤ ਡਿਫਿਕਲਟ ਟਾਈਮ ਚੱਲ ਰਿਹਾ ਹੈ। ਅਸੀਂ ਘਰ ਅੰਦਰ ਬੈਠੀ ਹੋਈ ਹੈ, ਐਵਰੀਬਡੀ ਇਜ਼ ਗੈਟਿੰਗ ਵੈਰੀ ਡਿਫਿਕਲਟ ਹੁਣ ਅੰਦਰ ਬੈਠਣ ਨਾਲੋਂ ਸਪੈਸ਼ਲੀ ਇਫ ਦ ਵੈਦਰ ਇਜ਼ ਗੈਟਿੰਗ ਬੈਟਰ ਲੋਕੀ ਬਾਹਰ ਜਾਣਾ ਚਾਹੁੰਦੇ ਆ। ਸੋ ਇਸ ਕਰਕੇ ਅਸੀਂ ਹੌਲੀ ਹੌਲੀ ਵੈਰੀ ਸਲੋਲੀ ਸੇਫਲੀ ਅਸੀਂ ਕੁਛ ਨਾ ਕੁਛ ਬਿਜ਼ਨਸ ਖੋਲ ਰਹੇ ਹਾਂ। ਸੋ we'll talk about some of the businesses ਜਿਸ ਤਰ੍ਹਾਂ ਮੈਂ ਕਹਿ ਰਹੀ ਕੋ if you have an outside entrance ਤੁਸੀਂ ਖੋਲ ਸਕਦੇ। vehicle dealerships ਪਹਿਲੇ ਅਸੀਂ ਖੋਲ ਦਿੱਤਾ ਸੀ by appointment only, ਹੁਣ ਤੁਸੀਂ ਵੈਸੇ ਉਸ ਤਰ੍ਹਾਂ ਜਾ ਸਕਦੇ not by appointment। ਦੇਖੋ ਸਾਡਾ ਫਰਜ਼ ਬਣਦਾ ਹੁਣ ਹੈਗੇ ਤੇ ਅਸੀਂ ਲੋਕਾਂ ਨੂੰ ਤੇ ਬਿਜ਼ਨਸਿਸ ਨੂੰ ਥੋੜ੍ਹਾ ਟਰਸਟ ਕਰਨ ਤੇ ਜੋ ਖੋਲਾਂਗੇ ਉਹ there's 90 guidelines ਮਤਲਬ ਅਸੀਂ ਦੇ ਦਿੱਤਾ if you want to open you must ensure physical distancing ਉਹ ਹੋ ਰਹੀ ਹੈ ਮਤਲਬ 6 ਫੀਟ 2 ਮੀਟਰ ਅਪਾਰਟ ਤੁਹਾਨੂੰ ਰਹਿਣਾ ਪੈਣਾ। ਜੋ ਚੱਲ ਰਿਹਾ ਹੈਗਾ ਜਿਵੇਂ 2 ਮੀਟਰ ਦਾ ਡਿਸਟੈਂਸ ਆ ਉਹ ਰੱਖਣਾ ਜ਼ਰੂਰੀ ਹੈ। ਉਹ ਬਿਲਕੁਲ ਤੇ ਬੈਸਟ ਟੂ ਬੈਸਟ ਤੁਸੀਂ ਮਾਸਕ ਵੀ ਪਾ ਕੇ ਜਾਓ। ਇਫ ਯੂ ਹੈਵ ਗਲਵਜ਼ ਜ਼ਰੂਰ ਗਲਵਜ਼ ਪਾ ਕੇ ਜਾਈਓ ਕਿਉਂਕਿ ਜੋ ਤੁਸੀਂ ਡੋਰ ਹੈਂਡਲ ਟੱਚ ਕਰਨੇ ਫਿਰ ਤੋਂ ਬਾਅਦ ਕੋਈ ਹੋਰ ਡੋਰ ਹੈਂਡਲ ਟੱਚ ਕਰਨਾ ਹੋ ਸਕੇ। ਦੇਖੋ ਮੋਸਟ ਆਫ ਅਸ ਜੇ ਸਾਡੇ ਕੋਈ ਸਿੰਪਟਮਸ ਨਹੀਂ ਹੈਗੇ, ਗਲਾ ਨਹੀਂ ਦੁਖ ਰਹੇ, ਫੀਵਰ ਨਹੀਂ ਹੈਗੇ, ਸ਼ਾਇਦ ਅਸੀਂ ਸੋਚਦੇ ਸਾਨੂੰ ਵੀ ਡੋਂਟ ਹੈਵ COVID-19 ਪਰ ਸਾਨੂੰ ਹੁਣ ਪਤਾ ਲੱਗ ਰਿਹਾ ਹੈ ਐਸਿਮਪਟੋਮੈਟਿਕ ਲੋਕ ਮਤਲਬ ਜਿਹਨਾਂ ਕੋਲ ਕੁਛ ਵੀ ਨਹੀਂ ਹੈ ਉਹ ਵੀ ਸ਼ਾਇਦ ਕੈਰੀ ਕਰ ਰਹੇ ਹੈ, ਉਹਨਾਂ ਦੇ ਵੀ ਪੋਜ਼ਿਟਿਵ ਆ ਰਿਹਾ, ਪੋਜ਼ਿਟਿਵ ਆ ਸਕਦੇ ਈਵਨ ਦੋ ਦੇ ਫੀਲ ਫਾਈਨ। ਜੀ ਜੀ
सो इस करके वी वांट टू मेक श्योर हर बंदे सेफ रहन एंड सो वी जस्ट आस्किंग एवरीबॉडी जे तुसी बाहर जाना तुसी शॉपिंग करन जाना तुसी गड्डी बाय करना जो भी तुसी कर रही है बाहर जाके प्लीज़ cautiously जाओ ग्लव्स पाओ मास्क पाओ एंड ट्राई नॉट टू एंड जस्ट आले दुआले अपने लोग नू देखो थिंक अबाउट ईच अदर जे तुसी शॉपिंग करना भी है प्लीज़ गो अलोंग डू नॉट टेक ऑल ऑफ योर फैमिली मैंबर्स विद यू क्योंकि फिर दूसरे लोग तो वेट करना पैना अंदर जाने रिस्ट्रिक्शंस भी चलने किन्ने क बंदे अंदर जा सकते सो यू हैव टू बी केयरफुल इफ यू मे हैव टू वेट इन लाइन आउटसाइड अ शॉप so they are only going to allow a few people in at a time जिस तरह ਹੁਣ ਇਸ ਵੇਲੇ ਅਸੀਂ restaurants inside seating ਨਹੀਂ ਖੁੱਲ ਰਹੇ ਹੈ ਪਰ ਟੇਕ ਆਊਟ ਇਸ ਵੇਲੇ ਖੁੱਲ ਸਕਦੇ ਸੋ ਇਹ ਵੀ ਕਿਤੇ ਸੁਣਨ ਨੂੰ ਮਿਲ ਰਿਹਾ ਕਿ ਨੀਨਾ ਜੀ ਜਿਹੜੇ ਜਿਵੇਂ ਬਫੇ ਹੁੰਦਾ ਸੀ ਬਫੇ ਦਾ ਕਨਸੈਪਟ ਸ਼ਾਇਦ ਬੰਦ ਹੀ ਹੋ ਜਾਏਗਾ ਤਾਂ ਤੁਹਾਨੂੰ ਕੀ ਲੱਗਦਾ ਕਿ ਬਫੇ ਦਾ ਜੇ ਕਨਸੈਪਟ ਬੰਦ ਹੁੰਦਾ ਤਾਂ ਜਿਹੜੇ ਰੈਸਟੋਰੈਂਟ ਮਾਰਕੀਟ ਹੈ ਜਾਂ ਰੈਸਟੋਰੈਂਟਸ ਦੀ ਜਿਹੜੀ ਜੌਬ ਮਾਰਕੀਟ ਹੈ ਉਹਦੇ ਨਾਲ ਕੋਈ ਅਸਰ ਨਹੀਂ ਪਏਗਾ ਫਿਰ नहीं वो देखो असर तो बहुत पै गई ऑलरेडी बहुत लोगों को काफ़ी स्पेशली रेस्टोरेंट हॉस्पिटैलिटी जो भी बिजनेस रेस्टोरेंट्स बैंक्वेट हॉल्स वगैरह काफ़ी वड्डे सफ़र कर चुके सो असी देखना चाहते हाउ वी कैन ओपन थिंग्स स्लोली हुण बफे रेस्टोरेंट्स सानूं पता अपन इंडियन खाना स्पेशली काफ़ी बफे रेस्टोरेंट्स और ਤੁਸੀਂ ਇਹ ਦੇਖੋ ਕਿ ਵੀ ਅਸੀਂ ਕਾਫੀ ਦਿਨਾਂ ਤੋਂ ਜੇ ਕਹਿ ਲਓ ਕਿ 1-2 ਮੰਥ ਤੋਂ ਅਸੀਂ ਘਰਾਂ ਦੇ ਵਿੱਚ ਰੁਕੇ ਹੋਏ ਆ ਜਦ ਕਿ ਇਹ ਹੁੰਦਾ ਸੀ ਕਿ ਹਰੇਕ ਵੀਕਐਂਡ ਤੇ ਮਤਲਬ ਬਾਹਰ ਪਲਾਨ ਕਰ ਲਓ ਉੱਧਰ ਚਲੇ ਜਾਓ ਲੇਕਿਨ ਕਿਤੇ ਨਾ ਕਿਤੇ ਸਾਡੀ ਸੇਫਟੀ ਵੀ ਜ਼ਰੂਰੀ ਹੈ ਮਸਟ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਰੈਸਟੋਰੈਂਟਸ ਦੇ ਖਾਸ ਕਰਕੇ ਮੈਂ ਬਿਜ਼ਨਸ ਨੂੰ ਲੈ ਕੇ ਬੜਾ ਚਿੰਤਤ ਫੀਲ ਕਰ ਰਿਹਾ ਕਿ ਵੀ ਇਸ ਤਰ੍ਹਾਂ ਦੇ ਬਿਜ਼ਨਸ ਜੇ ਲੋਰ ਗਿਆ ਤਾਂ ਸਾਡੀ ਪੰਜਾਬੀ ਜਿਹੜੀ ਕਮਿਊਨਿਟੀ ਹੈ ਜਾਂ ਪੰਜਾਬੀ ਭਾਈਚਾਰਾ ਉਹ ਬਿਜ਼ਨਸ ਦੀ ਮਾਰਕੀਟ 'ਚ ਕਾਫੀ ਇਨਵੋਲਵ ਹੈ ਹਾਂਜੀ ਐਂਡ ਐਸੇ ਕਰਕੇ ਅਸੀਂ ਮਤਲਬ ਕੌਕਸ ਆਪਣੇ ਕੈਬਨਿਟ ਦੇ ਵਿੱਚ ਜਿਹੜੀ ਸਾਡਾ ਜੁਆਇੰਟ ਰਿਕਵਰੀ ਕਮੇਟੀ ਐਕਨੋਮਿਕ ਰਿਕਵਰੀ ਕਮੇਟੀ ਉਹਦੇ ਵਿੱਚ ਵੀ ਕਾਫੀ ਇਨਵੋਲਵਡ ਹੈਗੀ ਹੈ ਸੋ ਵੀ ਵਾਂਟ ਟੂ ਮੇਕ ਅਸੀਂ ਤੁਹਾਡੇ ਕੋਲ ਆਮ ਡੂਇੰਗ ਲੋਟਸ ਆਫ ਵਰਚੁਅਲ ਟਾਊਨ ਹਾਲਸ ਵਿਦ ਮੈਨੀ ਬਿਜ਼ਨਸ ਐਸੋਸੀਏਸ਼ਨਸ ਬੋਰਡਸ ਆਫ ਟ੍ਰੇਡ ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਹੈ ਜੇ ਅਸੀਂ ਤੁਹਾਡੇ ਬਿਜ਼ਨਸ ਖੋਲ੍ਹ ਦਿੱਤਾ ਇਫ ਯੂ ਹੈਵ ਅ ਰੈਸਟੋਰੈਂਟ ਤੁਸੀਂ ਕੀ ਸਟੈਪਸ ਲਓਗੇ ਟੂ ਮੇਕ ਸ਼ੋਰ ਲੋਕੀ ਸੇਫ ਰਹੋ ਸੋ ਬਫੇ ਦੀ ਗੱਲ ਕਰੋ ਸੋ ਜੋ ਸਰਵਿੰਗ ਸਪੂਨਸ ਹੈ ਜੇ ਹਰ ਇੱਕ ਬੰਦੀ ਸਰਵਿੰਗ ਸਪੂਨ ਟੱਚ ਕਰਾਂਗੇ ਉਹ ਗੱਲ ਸਹੀ ਨਹੀਂ ਰਹੂਗੀ ਸੋ ਹੋ ਸਕੇ ਬਫੇ ਖੁੱਲੇ ਹੋ ਗਏ ਯੂ ਕੈਨ ਵਾਕ ਪਾਸਟ ਤੁਸੀਂ ਦੇਖੋ ਕੀ ਚਾਹੀਦਾ ਮੈਂ ਸ਼ਾਇਦ ਪੈਨ ਐਂਡ ਪੇਪਰ ਤੇ ਲਿਖ ਲਓ ਆ ਚਾਹੀਦਾ ਸਿਟ ਡਾਊਨ ਤੇ ਤੁਹਾਡੀ ਸਰਵਿੰਗ ਸਟਾਫ ਲੈ ਕੇ ਆਓਗੇ ਇਹ ਵੀ ਇੱਕ ਆਪਸ਼ਨ ਹੈ ਔਰ ਜਸਟ ਸਿਟ ਡਾਊਨ ਐਂਡ ਉਹ ਤੁਹਾਡੀ ਲਿਸਟ ਕਰਕੇ ਦੋਗੇ ਯੂ place the order but buffets will probably काफी time लगोगे buffet खोलने ਲਈ but seating मतलब ਆਪਾਂ try ਕਰ ਸਕਦੇ soon hopefully we can have indoor seating I think ਉਸ ਤੋਂ ਪਹਿਲੇ ਜਿਹਨੇ ਦੀ restaurants patios ਹੈਗੇ ਆ outside seating ਉਹ ਸ਼ਾਇਦ ਪਹਿਲੇ ਖੋਲ ਸਕਦੇ I'm trying to do that right now already ਅਸੀਂ golf clubs ਖੋਲ ਦਿੱਤਾ so outdoors is probably easier ਕਿਉਂਕਿ ਆਪਾਂ ਥੋੜੇ physical distance ਮੇਨਟੇਨ ਕਰਨਾ ਈਜ਼ੀ ਹੈ ਤੇ ਔਰ ਜਿੱਥੇ ਜੇ ਕੋਈ ਲੱਗੇ ਵੀ ਤਾਂ ਸ਼ਾਇਦ ਸਾਡੇ ਕੋਲ ਜਗ੍ਹਾ ਜ਼ਿਆਦਾ ਹੁੰਦੀ ਹੈ ਤਾਂ ਆਸੇ-ਪਾਸੇ ਹੋਣ ਦੇ ਲਈ ਤੇ ਅੱਗੇ ਮੇਰੇ ਨਾਲ ਇਹੀ ਬਿਜ਼ਨਸ ਨਾਲ ਰਿਲੇਟਡ ਹੈ ਜਿਹੜੇ ਕੰਸਟਰਕਸ਼ਨ ਵਰਕਰ ਹੈ ਜਾਂ ਰੈਨੋਵੇਸ਼ਨ ਨਾਲ ਰਿਲੇਟਡ ਹੈ ਬਹੁਤ ਸਾਰਾ ਸਾਡਾ ਭਾਈਚਾਰਾ ਇਸ ਫੀਲਡ ਦੇ ਵਿੱਚ ਵੀ ਹੈਗਾ ਤਾਂ ਇਹ ਬਿਜ਼ਨਸ ਪੂਰੀ ਤਰ੍ਹਾਂ ਓਪਨ ਕਰ ਦਿੱਤਾ ਗਿਆ ਹਾਂਜੀ ਕੰਸਟਰਕਸ਼ਨ ਇਜ਼ ਫੁੱਲੀ ਓਪਨ ਇਫੈਕਟਿਵ ਟੁਮਾਰੋ 12:01 AM ਮਤਲਬ ਅੱਜ ਰਾਤ ਮਿਡਨਾਈਟ ਤੋਂ ਬਾਅਦ ਕੰਸਟਰਕਸ਼ਨ ਫੁੱਲੀ ਓਪਨ ਹੈ ਸੋ ਪਰ ਸਟਿਲ ਤੁਹਾਨੂੰ ਫਿਰ ਵੀ ਫਿਜ਼ੀਕਲ ਡਿਸਟੈਂਸਿੰਗ ਰੱਖਣਾ ਪੈਣਾ ਸੋ ਓਨਲੀ ਇਫ ਇਟਸ ਸੇਫ ਟੂ ਡੂ ਸੋ ਪਹਿਲੇ ਇਸ ਤਰ੍ਹਾਂ ਸੀਗੇ ਜਿਹੜੀ ਬਿਜ਼ਨੈਸਸ ਮਾਫ ਕਰਨਾ ਇੱਕ ਫੋਨ ਕਾਲ ਲੈ ਲਈ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਵਿਕਟੋਰੀਆ ਡੇ ਦੀਆਂ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਮੁਬਾਰਕਾਂ ਮੇਰਾ ਨੀਨਾ ਜੀ ਨੂੰ ਸਵਾਲ ਹੈ ਕਿ ਜਿਵੇਂ ਹੁਣ ਬੱਚਿਆਂ ਦੇ ਸਕੂਲ ਨਹੀਂ ਖੁੱਲ ਰਹੇ ਜੀ ਤੇ ਜੌਬਸ ਲਈ ਕਾਲ ਆਉਣਗੀਆਂ ਜੌਬ ਤੇ ਵੀ ਜਾਣਾ ਹੈਗਾ ਫਿਰ ਉਹਨਾਂ ਦਾ ਕਿੱਦਾਂ ਹੱਲ ਹੋਊਗਾ ਫਿਰ ਬੱਚੇ ਜਿਹੜੇ ਬੱਚੇ ਤਾਂ ਵੱਡੇ ਨੇ ਉਹਨਾਂ ਦੀ ਆਨਲਾਈਨ ਕਲਾਸਿਸ ਚੱਲ ਰਹੀਆਂ ਤੁਸੀਂ ਛੋਟੇ ਬੱਚਿਆਂ ਦੀ ਗੱਲ ਕਰ ਰਹੇ ਹੋ ਜਾਂ ਛੋਟੇ ਬੱਚਿਆਂ ਦੀ ਗੱਲ ਕਰ ਰਹੇ ਛੋਟੇ ਬੱਚੇ ਜਾਂ ਵੱਡੇ ਬੱਚੇ ਛੋਟੇ ਬੱਚੇ ਹੋਣ ਜਾਂ ਛੋਟੇ ਬੱਚਿਆਂ ਦੀ ਗੱਲ ਕਰ ਰਿਹਾ ਮੈਂ ਕਿਉਂਕਿ ਛੋਟੇ ਬੱਚਿਆਂ ਨੂੰ ਘਰ ਇਕੱਲੇ ਤਾਂ ਛੱਡ ਕੇ ਜਾਣ ਨਹੀਂ ਸਕਦੇ ਜੀ ਤੁਹਾਡਾ ਵੀ ਨਹੀਂ ਅਜੇ ਓਪਨ ਹੋ ਰਹੇ ਹਨ ਜੀ ਤੁਹਾਡਾ ਮੈਂ ਨੀਨਾ ਜੀ ਨੂੰ ਸਵਾਲ ਕਰਨਾ ਹਾਂ ਸਵਾਲ ਸਾਡੇ ਕੋਲ ਪਹੁੰਚ ਗਿਆ ਤੁਸੀਂ ਆਫ ਦੀ ਏਅਰ ਸੁਣ ਲਓ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਜੀ ਉਹਨਾਂ ਦੇ ਬੱਚੇ ਛੋਟੇ ਨੇ ਔਰ ਵੱਡਿਆਂ ਦੀਆਂ ਆਨਲਾਈਨ ਕਲਾਸਿਸ ਚੱਲ ਰਹੀਆਂ ਤਾਂ ਛੋਟੇ ਬੱਚਿਆਂ ਲਈ ਕੋਈ ਕਿਸੇ ਇਦਾਂ ਦਾ ਕੁਝ ਲਿਖਿਆ ਪ੍ਰੋਗਰਾਮ ਕਿ ਕਦੋਂ ਓਪਨ ਕਰਨ ਜਾ ਰਹੇ ਹੋ ਹਾਂਜੀ ਬਹੁਤ ਅੱਛੀ ਸਵਾਲ ਹੈ ਕੱਲ ਐਕਚੁਅਲੀ ਟੁਮਾਰੋ ਜੋ ਸਾਡਾ ਐਜੂਕੇਸ਼ਨ ਮਿਨਿਸਟਰ ਸਟੀਵਨ ਲੈਚੇ ਉਹ ਕੱਲ ਅਨਾਉਂਸਮੈਂਟ ਕਰਾਂਗੇ ਸਕੂਲਸ ਮਤਲਬ ਜੂਨ ਦੇ ਵਿੱਚ ਖੁੱਲਣਾ ਕਿ ਨਹੀਂ ਸੋ ਉਸ ਡਿਸੀਜਨ ਦੇ ਨਾਲ ਲੈ ਕੇ ਜੇ ਸਕੂਲ ਖੁੱਲ ਵੀ ਲਓਗੇ ਫਿਰ ਦੈਨ
ਜੋ ਗੱਲ ਕਰ ਰਹੇ ਦੈਟਸ ਨਾਟ ਐਨ ਇਸ਼ੂ ਜੇ ਨਹੀਂ ਵੀ ਖੁੱਲ ਸਕਦੇ ਫਿਰ ਹੋ ਸਕੇ ਅਸੀਂ ਚਾਈਲਡ ਕੇਅਰ ਵਗੈਰਾ ਖੋਲਾਂਗੇ ਜਾਂ ਡੇ ਕੈਂਪਸ ਜਾਂ ਜੋ ਵੀ ਹੈਗੇ ਵੀ ਵਿਲ ਓਪਨ ਦੋਸ ਐਸ ਤੇ ਵੈਲ ਉਹਦੇ ਲਈ ਫਿਰ ਜਿਵੇਂ ਸਾਡੀ ਪ੍ਰੋਵਿੰਸ ਹੈ ਜਾਂ ਡਗਫੋਰਡ ਹੋਰਾਂ ਦਾ ਇਸ ਤਰ੍ਹਾਂ ਦਾ ਪਲੈਨਿੰਗ ਹੈ ਕਿ ਵੀ ਜਿਹੜੇ ਬੱਚੇ ਜਿਨ੍ਹਾਂ ਨੂੰ ਆਪਾਂ ਡੇ ਕੇਅਰ ਦੇ ਵਿੱਚ ਲੈ ਕੇ ਜਾਣਾ ਜਾਂ ਉਹਨਾਂ ਨੂੰ ਕੁਝ ਸਹਾਇਤਾ ਫੰਡਿੰਗ ਸਹਾਇਤਾ ਵਗੈਰਾ ਦਿੱਤੀ ਜਾਏਗੀ ਜੀ? ਹਾਂਜੀ ਉਹ ਦਿੱਤੀ ਹੋਈ ਆਲਰੇਡੀ ਕਿਉਂਕਿ ਜਿਹੜੀ ਐਮਰਜੈਂਸੀ ਵਰਕਰਸ ਹੈ ਉਹਨਾਂ ਵਾਸਤੇ ਆਲਰੇਡੀ ਚਾਈਲਡ ਕੇਅਰ ਖੁੱਲੀ ਹੋਈ ਹੈ ਸੋ ਦੋਸ ਗਾਈਡਲਾਈਨਸ ਆਰ ਆਲਰੇਡੀ ਇਨ ਪਲੇਸ ਪਰ ਕੱਲ ਮਤਲਬ ਅਨਾਉਂਸਮੈਂਟ ਆਉਗੇ whether they going back to school ਕੱਲ ਪਤਾ ਲੱਗੂਗੇ ਸੋ ਐਂਡ ਆਈ ਥਿੰਕ ਇਟਸ ਟੁਮਾਰੋ ਮਾਰਨਿੰਗ ਸੋ ਅਨਾਉਂਸਮੈਂਟ ਜਦੋਂ ਆਉਗੇ ਦੈਨ ਉਸ ਬੇਸ ਨਾਲ ਅਸੀਂ ਫਿਰ ਹੋਰ ਡਿਸੀਜਨਸ ਬਣਾਉਂਗੇ ਬਹੁਤ ਅੱਛੇ ਸਵਾਲ ਹੈ ਥੈਂਕ ਯੂ ਫॉर ਕਾਲਿੰਗ ਇਟ ਇਜ਼ ਬਹੁਤ ਇੰਪੋਰਟੈਂਟ ਕਿਉਂਕਿ ਆਪਾਂ ਸਾਰਾ ਜਣੇ ਬਹੁਤ ਕੋਈ ਵੱਡੇ ਬੱਚੇ ਕੋਈ ਛੋਟੇ ਬੱਚੇ ਕਈ ਵੱਡੇ ਬੱਚੇ ਛੋਟੇ ਬੱਚੇ ਨੂੰ ਸਾਂਭ ਰਹੇ ਹੈ ਇਟਸ ਵੈਰੀ ਡਿਫਿਕਲਟ ਸੋ ਜੇ ਕਈ ਬਿਜ਼ਨੈਸਿਸ ਈਵਨ ਦੋ ਅਸੀਂ ਅਲਾਉ ਕਰਦੇ ਖੋਲ੍ਹਣ ਲਈ ਕਈ ਬਿਜ਼ਨੈਸਿਸ ਰੈਡੀ ਵੀ ਨਹੀਂ ਹੈਗੇ ਜੀ ਸੋ even though ਅਸੀਂ ਅਲਾਉ ਕਰ ਚੁੱਕੇ it doesn't mean you have to open ਤੁਸੀਂ ਜੇ ਰੈਡੀ ਨਹੀਂ ਵੀ ਹੈਗੇ you don't have to open ਤੁਸੀਂ ਬਾਅਦ ਵੀ ਖੋਲ ਸਕਦੇ ਪਰ ਅਸੀਂ ਇਜਾਜ਼ਤ ਦੇ ਦਿੱਤੇ ਤੁਹਾਡੇ ਵੱਲੋਂ ਇਜਾਜ਼ਤ ਹੈ ਹਾਂ ਇਜਾਜ਼ਤ ਤਾਂ ਹੈਗੀ ਕਿਉਂਕਿ we feel it is safe to do so and still ਜਿਹੜੀ ਵੀ businesses ਜੋ ਵੀ ਹੈਗੇ if you ਜੇ ਤੁਸੀਂ ਫੈਕਟਰੀ 'ਚ ਕੰਮ ਕਰ ਰਹੇ ਪ੍ਰੋਡਕਸ਼ਨ ਲਾਈਨ ਤੇ they have to keep you 6 feet apart so only if ਜੇ ਕਰ ਸਕਦੇ only then ਖੋਲੂਗੇ ਸੋ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੁੰਦਾ ਇਹਦੇ ਨਾਲ ਹੀ ਰਿਲੇਟਡ ਹੈ ਜਦੋਂ ਇਹ ਪੈਂਡੈਮਿਕ ਦਾ ਦੌਰ ਸ਼ੁਰੂ ਹੋਇਆ ਸੀ ਬਹੁਤ ਸਾਰੇ ਬਾਈ ਲਾਜ਼ ਜਾਂ ਬਹੁਤ ਸਾਰੀਆਂ ਮਤਲਬ ਅਲੱਗ ਤੋਂ ਕਾਨੂੰਨ ਬਣਾਏ ਗਏ ਸੀ ਤਾਂ 5 ਜਣਿਆਂ ਦੀ ਗੈਦਰਿੰਗ ਦਾ ਕਾਨੂੰਨ ਬਣਾਇਆ ਗਿਆ ਸੀ ਕਿ 5 ਜਣੇ ਇਕੱਠੇ ਰਹਿਣਗੇ ਤਾਂ ਹੁਣ ਉਹੀ ਜਿਹੜਾ ਰੂਲ ਚੱਲੇਗਾ ਜਾਂ ਇਸ ਤੋਂ ਜ਼ਿਆਦਾ ਵੱਡੀ ਗੈਦਰਿੰਗ ਦੇ ਬਾਰੇ ਉਹ ਇਸ ਤੋਂ ਪਹਿਲਾਂ ਕਿ ਤੁਸੀਂ ਜਵਾਬ ਦਿਓ ਮੈਂ ਕਾਲ ਲੈ ਲਵਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਵਿਜ਼ਨ ਪ੍ਰਾਈਮ ਟਾਈਮ ਦੇ ਵਿੱਚ ਇੱਕ ਕੁਐਸਚਨ ਪੁੱਟ ਅਪ ਕਰਨਾ ਸੀ ਨੀਨਾ ਟੰਗਰੀ ਨੂੰ ਜੀ 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 ਸੁਣ ਰਹੇ ਜੀ ਹਾਂਜੀ ਮੈਂ ਮਿਸਰਾਵਾ ਤੋਂ ਬੋਲ ਰਿਹਾ ਐਮਪੀ ਸਿੰਘ ਜੀ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਅਸੀਂ ਕ੍ਰਿਕਟ ਨੂੰ ਬੜਾ ਮਿਸ ਕਰ ਰਹੇ ਹੈਗੇ ਹਾਂ ਕ੍ਰਿਕਟ ਔਰ ਬੇਸਬਾਲ ਵਾਲੀ ਸਪੋਰਟਸ ਕਦੋਂ ਚਾਲੂ ਹੋ ਜਾਣਗੀਆਂ ਔਰ ਕਿਸ ਤਰ੍ਹਾਂ ਚਾਲੂ ਹੋਣਗੀਆਂ ਜਰਾ ਇਹਦੇ ਬਾਰੇ ਪਤਾ ਕਰਨਾ ਸੀ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਉਹਨਾਂ ਦਾ ਸਵਾਲ ਇਹ ਹੈ ਵੀ ਉਹ ਕ੍ਰਿਕਟ ਦੇ ਨਾਲ ਰਿਲੇਟਡ ਹੈ ਕਿ ਉਹ ਕ੍ਰਿਕਟ ਪਲੇਅਰ ਹੈ ਜਾਂ ਕਹਿ ਲਓ ਕਿ ਕ੍ਰਿਕਟ ਪ੍ਰੇਮੀ ਨੇ ਤਾਂ ਉਹ ਚਾਹੁੰਦੇ ਆ ਕਿ ਜਿਹੜੇ ਕ੍ਰਿਕਟ ਨੂੰ ਲੈ ਕੇ ਜਾਂ ਬੇਸਬਾਲ ਨੂੰ ਲੈ ਕੇ ਜਿਹੜੀਆਂ ਗਰਾਊਂਡਸ ਆ ਕਦੋਂ ਓਪਨ ਕਰੋਗੇ ਜਾਂ ਸਾਡੀ ਰਿਸਟ੍ਰਿਕਸ਼ਨ ਕਦੋਂ ਚਲੀ ਜਾਏਗੀ ਕਿਉਂਕਿ ਪਿਛਲੇ ਦਿਨੀ ਅਸੀਂ ਦੇਖਿਆ ਕਿ ਕ੍ਰਿਕਟ ਖੇਡਦੇ ਬਰੈਂਪਟਨ ਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ ਟਿਕਟ ਵਗੈਰਾ ਮਿਲੀ ਸੀ ਹੈ ਨਾ ਉਹਦੇ ਨਾਲ ਰਿਲੇਟਡ ਸਵਾਲ ਹੈ ਹਾਂਜੀ ਐਕਚੁਅਲੀ ਕੱਲ ਸਵੇਰੇ ਇਹਦਾ ਵੀ ਮੀਟਿੰਗ ਸਟਾਰਟ ਹੋ ਰਹੀ ਹੈ ਆਪਣੇ ਮਿਨਿਸਟਰ ਲੀਸਾ ਮੈਕਲਾਉਡ ਦੇ ਨਾਲ ਵੀ ਆਰ ਡਿਸਕਸਿੰਗ ਅਬਾਊਟ ਸਪੋਰਟਸ ਅਸੀਂ ਕਿਸ ਤਰ੍ਹਾਂ ਖੋਲ੍ਹ ਸਕਦੇ ਕਦੋਂ ਖੋਲ੍ਹ ਸਕਦੇ ਕਿਉਂਕਿ ਬਹੁਤ ਲੋਕੀ ਵੈਸੇ ਆਪਣੀ ਹੈਲਥ ਵਾਸਤੇ ਸਪੋਰਟਸ ਖੇਲਣਾ ਬਹੁਤ ਅੱਛੇ ਆਈ ਨੋ ਬਹੁਤ ਲੋਕ ਵੇਟ ਕਰ ਰਹੇ ਪੂਰੀ ਦੁਨੀਆ ਦੇ ਵਿੱਚ ਲੋਕ ਵੇਟ ਕਰ ਰਹੇ ਅਸੀਂ ਸਪੋਰਟਸ ਕਦੋਂ ਖੋਲਾਂਗੇ ਕਦੋਂ ਖੇਲਾਂਗੇ ਜੇ ਅਸੀਂ ਵਾਚ ਵੀ ਕਰ ਸਕਦੇ ਸੋ ਟੁਮਾਰੋ ਮਾਰਨਿੰਗ ਅਸੀਂ ਇਹ ਗੱਲ ਕਰ ਰਹੇ ਵੀ ਬੀਨ ਟਾਕਿੰਗ ਟੂ ਲੋਟ ਆਫ ਪੀਪਲ ਅਕ੍ਰੋਸ ਦ ਪ੍ਰੋਵਿੰਸ ਐਂਡ ਸਾਡਾ ਮਿਨਿਸਟਰ ਜੋ ਵੀ ਹੈ ਕਿ ਬਾਕੀ ਮਿਨਿਸਟਰਸ ਦੇ ਨਾਲ ਦੂਸਰੇ ਵਰਲਡ ਦੇ ਵਿੱਚ ਮਤਲਬ ਮਿਲ ਰਲ ਕੇ ਗੱਲ ਕਰ ਰਹੀ ਹੈ ਜਸਟ ਇਨ ਕੇਸ ਟੂ ਮੇਕ ਸ਼ੋਰ ਜੋ ਵੀ ਅਸੀਂ ਕਰਾਂਗੇ ਵੀ ਡੂ ਇਟ ਸੇਫਲੀ ਕ੍ਰਿਕਟ ਫॉर ਐਗਜ਼ਾਮਪਲ ਮਤਲਬ ਮੋਸਟਲੀ ਤਾਂ ਦੂਰ ਹੈਗੀ ਹੈ ਬਟ ਸਟਿਲ ਜੋ ਬਾਲ ਹੈ ਫਿਰ ਸਮਝ ਲਓ ਬਾਲ ਤੁਸੀਂ ਥਰੋ ਕਰਾਂਗੇ ਉਹ ਹਿੱਟ ਕਰਕੇ ਕੋਈ ਹੋਰ ਕੈਚ ਕਰਕੇ ਇਟਸ ਦ ਸੇਮ ਬਾਲ ਰਾਈਟ ਸੋ ਗਲਵਸ ਪਾ ਕੇ ਕਰਾਂਗੇ ਮੇਬੀ ਇਸ ਕਰਕੇ ਇਹਦੇ ਨਾਲ ਅਸੀਂ ਮਤਲਬ ਹੈਲਪ ਕਰ ਸਕਦੇ ਇਫ ਦੈਟਸ ਦ ਓਨਲੀ ਰੀਜ਼ਨ ਵੀ would hold back ਮੈਨੂੰ ਲੱਗਦਾ ਵੀ ਕ੍ਰਿਕਟ ਦੇ ਵਿੱਚ ਜਿਹੜੀ ਫੀਲਡਿੰਗ ਲਗਾਈ ਜਾਂਦੀ ਸੀ ਨਾ ਉਹ ਤਾਂ ਆਪਣੇ ਆਪ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਹੈਗੀ ਹੈ ਤੇ ਜਿਹੜਾ ਪਿੱਛੇ ਜਿਹੜਾ ਕੀਪਰ ਹੁੰਦਾ ਉਹਨੂੰ ਉਹਦੀ ਡਿਸਟੈਂਸਿੰਗ ਉਹਦੀ ਜ਼ਿਆਦਾ ਮੇਨਟੇਨ ਕੀਤੀ ਜਾਏਗੀ ਸ਼ਾਇਦ ਹੋ ਸਕਦਾ ਇਹ ਵੀ ਇੱਕ ਕਾਨੂੰਨ ਅਲੱਗ ਤੋਂ ਬਣਨਾ ਪਵੇ ਸਪੋਰਟਸ ਵੀ ਕੋਈ ਬਿਲਕੁਲ ਨਵੇਂ ਸਪੋਰਟਸ ਵੀ ਹੋ ਸਕਦਾ ਕਿਉਂਕਿ ਸਾਡਾ ਵੀ ਦੇਖੋ ਨੀਨਾ ਜੀ ਜਦੋਂ ਇਹ ਪੈਂਡੈਮਿਕ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਔਰ ਜਦੋਂ ਇਹ ਖਤਮ ਹੋਣਾ ਪ੍ਰਮਾਤਮਾ ਕਰੇ ਜਲਦੀ ਖਤਮ ਹੋਵੇ ਤਾਂ ਉਹ ਇਸ ਤੋਂ ਬਾਅਦ ਦਾ ਜਿਹੜਾ ਲਾਈਫ ਸਟਾਈਲ ਹੈ ਨਾ ਟੋਟਲੀ ਚੇਂਜ ਹੋ ਜਾਣਾ ਬਿਲਕੁਲ ਹੀ ਚੇਂਜ ਹੋ ਜਾਣਾ ਚਾਹੇ ਉਹ ਫੈਮਿਲੀ ਨੂੰ ਲੈ ਕੇ ਹੈ ਵਰਕ ਸਟੇਸ਼ਨ ਦੇ ਉੱਪਰ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਕਰ ਰਹੇ ਹਾਂ ਸਾਰਾ ਹੀ ਟੋਟਲੀ ਚੇਂਜ ਹੋ ਜਾਣਾ ਔਰ ਕਿਸ ਤਰ੍ਹਾਂ ਦਾ ਸਿਨੈਰੀਓ ਹੋਊਗਾ ਸ਼ਾਇਦ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਵੀ ਕੀ ਬਣਨਾ ਹੈ ਨਾ ਤਾਂ ਅੱਗੇ ਮੇਰੇ ਕੋਲ ਸਵਾਲ ਹੈਗਾ ਕਿ ਆਟੋ ਇੰਸ਼ੋਰੈਂਸ ਕੰਪਨੀਆਂ ਨੇ ਪੈਂਡੈਮਿਕ ਦੇ ਦੌਰਾਨ ਜਿਹੜਾ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ 25 ਤੋਂ 30% ਜਿਹੜੀ ਕਟੌਤੀ ਕਰ ਰਹੇ ਹਾਂ ਡਿਸਕਾਊਂਟ ਦੇ ਰਹੇ ਹਾਂ ਉਸ ਤੋਂ ਬਾਅਦ ਕੋਈ ਹਿੱਲ ਜੁਲ ਨਹੀਂ ਹੋਈ ਨਜ਼ਰ ਨਹੀਂ ਆਈ ਤਾਂ ਉਹ ਕਿਸ ਤਰ੍ਹਾਂ ਦਾ ਕੋਈ ਤੁਹਾਡੇ ਕੋਲੇ ਅਪਡੇਟ ਹੋਵੇ ਤਾਂ ਇੱਕ ਤਾਂ ਇਹ ਮੈਂ ਨਾਲ ਜੁੜਦਾ ਸਵਾਲ ਇਹ ਹੈ ਕਿ ਬਹੁਤ ਜਿਹੜੀਆਂ ਸਰਕਾਰਾਂ ਆਈਆਂ ਓਨਟਾਰੀਓ ਦੇ ਵਿੱਚ ਪਰ ਜਿਹੜਾ ਆਟੋ ਇੰਸ਼ੋਰੈਂਸ ਦਾ ਮਸਲਾ ਹੈ ਇਹ ਕਿਸੇ ਤੋਂ ਹੱਲ ਨਹੀਂ ਹੋ ਪਾ ਰਿਹਾ ਮੈਂ ਚਾਹੇ ਲਿਬਰਲ ਦੀ ਗੱਲ ਕਰੀਏ ਚਾਹੇ ਪੀਸੀ ਪਾਰਟੀ ਦੀ ਗੱਲ ਕਿਸੇ ਤੋਂ ਵੀ ਹੁਣ ਜੇ ਅੱਜ ਡਗਫੋਰਡ ਹੋਰਾਂ ਦੀ ਗੱਲ ਕਰੀਏ ਬਹੁਤ ਸੋਹਣਾ ਅੱਛਾ ਕੰਮ ਕਰ ਰਿਹਾ ਔਰ ਸ਼ਲਾਘਾਯੋਗ ਹੈ ਕੰਮ ਕਰ ਰਿਹਾ
ਪਰ ਇਹ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਦੀ ਜਿਹੜੀ ਇਹ ਮਾਰਕੀਟ ਹੈ ਜਾਂ ਇਹ ਸੈਕਟਰ ਹੈ, ਇਹਦੇ ਵਿੱਚ ਕੀ ਪ੍ਰੋਬਲਮ ਕੀ ਹੈ ਕਿ ਸਾਡੇ ਜਿਹੜੇ 'ਚ ਮਿਸੀਸਾਗਾ ਲੈ ਲਓ, ਬਰੈਂਪਟਨ ਜਾਂ ਓਵਰਆਲ ontario ਲੈ ਲਓ, ਵਿੱਚ ਬਹੁਤ ਜ਼ਿਆਦਾ ਸਾਨੂੰ ਇੰਸ਼ੋਰੈਂਸ ਪੇ ਕਰਨੀ ਪੈਂਦੀ ਹੈ। ਇਹਦਾ ਕਾਰਨ ਕੀ ਹੈ? ਠੀਕ ਹੈ। ਸੋ ਇੰਸ਼ੋਰੈਂਸ, ਵੈਸੇ ਆਟੋ ਇੰਸ਼ੋਰੈਂਸ ਜੋ ਤੁਹਾਡੀ ਪਾਲਿਸੀ ਹੈ ਬਹੁਤ ਕੰਪਲਿਕੇਟਡ ਨੇ, ਕਿਉਂਕਿ ਉਹਦੇ ਵਿੱਚ ਵੀ ਯੂ ਹੈਵ ਯੂਰ ਲਾਇਬਿਲਿਟੀ, ਯੂ ਹੈਵ ਕੋਲਿਜਨ, ਜੇ ਤੁਹਾਡੇ ਕੋਲ ਐਕਸੀਡੈਂਟ ਹੋ ਗਏ, ਤੁਹਾਡੇ ਕਸੂਰ ਹੋਵੇ ਨਾ ਵੀ ਹੋਵੇ, ਤੁਹਾਡੀ ਗੱਡੀ ਵੀ ਠੀਕ ਕਰਨੀ ਉਹਨਾਂ ਨੇ। ਜੇ ਤੁਸੀਂ ਕਿਸ ਨੂੰ ਹਿੱਟ ਕਰ ਲਈ, ਤੁਹਾਨੂੰ ਸੂ ਕਰ ਲਵੇ ਮਿਲੀਅਨ $2 ਮਿਲੀਅਨ ਦੇ ਵਿੱਚ, ਉਹ ਵੀ ਹੈਗੇ। ਜੇ ਕਿਸੇ ਦੇ ਸੱਟ ਵੀ ਲੱਗ ਜਾਂਦੇ ਉਹਦੇ ਵਿੱਚ ਵੀ ਖਰਚਾ ਹੁੰਦੀ ਹੈ। ਸੋ ਫॉर ਐਗਜ਼ਾਮਪਲ ਹੁਣ ਤੁਸੀਂ ਜੇ 2000 ਪੇ ਕਰ ਰਹੇ, 3000 ਪੇ ਕਰ ਰਹੇ, ਆਪਾਂ ਮਿਲ ਰਲ ਕੇ ਸਾਰਾ $1 ਮਿਲੀਅਨ ਪੇ ਕਰ ਰਹੇ ਹੈ, ਪਰ ਸਾਡਾ ਗਰੁੱਪ ਦੇ ਵਿੱਚ $2 ਮਿਲੀਅਨ ਦਾ ਕਲੇਮ ਆਵੇ, ਉਹ ਕੰਪਨੀ ਲਈ ਪ੍ਰੋਫਿਟੇਬਲ ਨਹੀਂ ਹੈਗੇ, ਰਾਈਟ? ਸੋ ਦਿਸ ਇਜ਼ ਦ ਪ੍ਰੋਬਲਮ ਵੀ ਹੈਵ ਨਾਓ। ਸੋ ਅਸੀਂ ਇਹ ਦੇਖ ਰਹੇ ਹੈ ਥੋੜ੍ਹੀ ਜਿਹੀ ਬੈਰ ਬੋਨਸ ਪਾਲਿਸੀ ਰੱਖੋਗੇ ਜਿਹਦੇ ਵਿੱਚ ਤੁਸੀਂ ਪਿਕ ਐਂਡ ਚੂਜ਼ ਕਰ ਸਕਦੇ ਤੁਹਾਡੀ ਕਵਰੇਜਸ ਕੀ ਹੈਗੇ, ਦ ਲੈਵਲਸ ਆਫ ਕਵਰੇਜ ਟੂ। ਇਸ ਵੇਲੇ ਥੋੜ੍ਹੇ ਬਹੁਤਾ ਉਹ ਤਾਂ ਹੈਗੇ ਵੀ ਹੈ, ਬਟ we're looking at maybe doing some things very different। ਕਈ ਕਵਰੇਜ ਸ਼ਾਇਦ ਅਸੀਂ ਨਹੀਂ ਵੀ ਕਵਰ ਕਰਾਂਗੇ। ਸੋ we want to bring the premiums down, ਪਰ ਜੇ ਕਿਸੇ ਦੇ ਸੱਟ ਲੱਗ ਵੀ ਜਾਂਦੇ, ਰਾਈਟ, ਉਹ they very badly hurt, ਅਸੀਂ ਇਹ ਵੀ ਨਹੀਂ ਚਾਹੁੰਦੇ ਉਹਨਾਂ ਨੂੰ ਮਤਲਬ ਨਾ ਪੇ ਕਰਨ। ਸੋ ਕੰਪਨੀ ਦਾ ਰਿਸਪੌਂਸਿਬਿਲਿਟੀ ਵੀ ਹੈਗੀ ਹੈ to make sure somebody has physiotherapy, rehabilitation, ਜੋ ਵੀ ਹੈ। So we're finding ਇਸ ਵੇਲੇ ਸਾਡੇ ਕਾਕਸ ਦੇ ਵਿੱਚ they've got me, I'm actually from the insurance industry, ਕਿਉਂਕਿ ਮੇਰੀ expertise ਹੈ ਇਸ ਵੇਲੇ। So I'm talking to insurance companies ਦੇ ਨਾਲ ਗੱਲ ਕਰ ਰਹੇ, physiotherapists, chiropractors। ਇੱਕ ਇਹ ਵੀ ਬਹੁਤ ਵੱਡਾ ਪ੍ਰੋਬਲਮ ਹੈ, ਐਂਡ ਅਨਫੋਰਚੂਨੇਟਲੀ ਇਨ ਦ ਗ੍ਰੇਟਰ ਟੋਰਾਂਟੋ ਏਰੀਆ ਸਾਡਾ ਪ੍ਰੋਬਲਮ ਹੈਗੇ ਫਰਾਡ। ਸੋ ਇੱਕ ਕਈ ਵਾਰੀ ਬਹੁਤ ਲੂਕਰੇਟਿਵ ਗਰੁੱਪਸ ਹੁੰਦੀ ਹੈ, ਟੋਕ ਡਰਾਈਵਰ ਤੁਹਾਨੂੰ ਲੈ ਕੇ ਜਾਣਗੇ ਆਪਣੀ ਬਾਡੀ ਸ਼ਾਪ ਤੇ, ਬਾਡੀ ਸ਼ਾਪ ਤੇ ਉਹਦੇ ਨਾਲ ਹੋ ਗਏ ਡਾਕਟਰ, ਫਿਜ਼ੀਓਥੈਰੇਪਿਸਟ, ਕਾਇਰੋਪ੍ਰੈਕਟਰ, ਜੋ ਵੀ ਹੈ ਉਹਨਾਂ ਦੀ ਸਕੀਮ ਹੋ ਗਏ, ਟੀਮ ਬਣਾਈ ਹੋਈ ਹੈ। ਹਾਂ, ਸੋ ਇਹਦੇ ਵਿੱਚ ਮਤਲਬ ਕਾਫੀ ਕ੍ਰੈਕਡਾਊਨ ਹੋ ਚੁੱਕੇ ਹੈ, ਪਰ ਜਿੰਨੇ ਦੇਰ ਇਹ ਫਰਾਡ ਚੱਲੂਗੇ ਅਨਫੋਰਚੂਨੇਟਲੀ ਜਿਹਨੇ ਦੀ ਅਸਲੀ ਕਲੇਮਸ ਉਹ ਡਿਨਾਈ ਹੋ ਰਹੀ ਹੈ, ਜਿਹੜੀ ਦੀ ਗਲਤ ਕਲੇਮ ਉਹ ਸ਼ਾਇਦ ਅਪਰੂਵ ਹੋਣਗੇ। ਸੋ ਇਸ ਕਰਕੇ ਪ੍ਰੀਮੀਅਮ ਜੋ ਹੈਗੇ ਇਟਸ ਨਾਟ ਇਨਫ ਟੂ ਕਵਰ ਦ ਕਲੇਮਸ, ਤੇ ਇਹਦੇ ਕਰਕੇ ਫਿਰ ਕੰਪਨੀਜ਼ ਬਾਰ-ਬਾਰ ਵਧਾ ਰਹੀ ਹੈ ਇੰਸ਼ੋਰੈਂਸ ਪ੍ਰੀਮੀਅਮ। ਸੋ ਵੀ ਆਰ ਵਰਕਿੰਗ ਔਨ ਇਟ। ਇਹ ਕੰਮ ਰੁਕ ਕੇ ਨਹੀਂ ਹੈ, COVID-19 ਕਰਕੇ ਇਹ ਕੰਮ ਚੱਲ ਰਹੀ ਹੈ। ਸੋ ਆਈ ਐਮ ਵਰਕਿੰਗ ਵਿਦ ਮਿਨਿਸਟਰ ਰੌਡ ਫਿਲਿਪਸ, ਜੋ ਮਿਨਿਸਟਰ ਆਫ ਫਾਈਨੈਂਸ, ਸਟੈਨ ਸ਼ੋ ਉਹਨਾਂ ਦੀ ਪਾਰਲੀਮੈਂਟਰੀ ਅਸਿਸਟੈਂਟ, ਤੇ ਮੈਂ ਤੇ ਕੁਛ ਹੋਰ ਕਾਕਸ ਮੈਂਬਰਸ, ਤੇ ਬਿਲਕੁਲ ਮਿਲ ਰਲ ਕੇ ਵਿਦ ਆਲ ਦ ਪੀਪਲ ਇਨ ਦ ਇੰਡਸਟਰੀ। ਤੇ ਮੇਰੀ ਪਹਿਲੇ ਲਾਈਫ 'ਚ ਸੀ ਕਿ I representing my clients, so ਮੈਂ ਤੁਹਾਨੂੰ represent ਕਰ ਰਹੀ ਹੈ, not the insurance company। so ਤੁਹਾਡੇ behalf ਤੇ I'm representing to make sure ਤੁਹਾਡੀ ਆਵਾਜ਼ ਵੀ ਉੱਥੇ ਵਿੱਚ ਆਵੇ। ਇਕੱਲੇ ਇੰਸ਼ੋਰੈਂਸ ਕੰਪਨੀ ਜੋ ਚਾਹੁੰਦੇ ਉਹ ਨਹੀਂ, ਮਤਲਬ ਮਿਲ ਕੇ ਪ੍ਰੋਪਰ ਸੋਲੂਸ਼ਨ ਤਾਂ ਕਿ ਅਸੀਂ ਥੋੜੇ ਪ੍ਰੀਮੀਅਮ ਘਟਾ ਸਕਦੇ, ਕਿਉਂਕਿ ਇਸ ਵੇਲੇ ਪ੍ਰੀਮੀਅਮ ਇੰਨਾ ਹਾਈ ਹੈ। ਮੈਂ ਤੇ ਕਈ ਵਾਰੀ ਸੋਚਦੀ ਸੀ ਸੈਕੰਡ ਮੌਰਗੇਜ। ਤੁਸੀਂ ਦੇਖੋ ਨੀਨਾ ਜੀ, ਜਿਹੜੇ ਨਵੇਂ ਡਰਾਈਵਰਸ ਹੈ ਉਹਨਾਂ ਲਈ ਤਾਂ ਸਭ ਤੋਂ, ਜਿਵੇਂ ਆਪਾਂ ਕਹਿੰਦੇ ਨੇ ਪਹਿਲੀ ਵਾਰੀ ਆਪਾਂ ਘਰ ਲੈਂਦੇ ਹਾਂ ਕੈਨੇਡਾ ਦੇ ਵਿੱਚ ਆ ਕੇ, ਸਾਡੇ ਲਈ ਮੌਰਗੇਜ ਹੈ ਇੱਕ ਪਹਾੜ ਜਿੱਡਾ ਸਾਨੂੰ ਨਜ਼ਰ ਆਉਂਦਾ ਹੈ। ਤੇ ਜਦੋਂ ਕੋਈ ਕੈਨੇਡਾ ਦੇ ਵਿੱਚ ਨਵਾਂ ਡਰਾਈਵਰ ਆਉਂਦਾ ਨਾ, ਉਹਦੇ ਲਈ ਜਿਹੜੀ ਆਟੋ ਇੰਸ਼ੋਰੈਂਸ ਆ ਉਹ ਵੀ ਕੋਈ ਪਹਾੜ ਤੋਂ ਘੱਟ ਨਜ਼ਰ ਨਹੀਂ ਆਉਂਦੀ। ਬਹੁਤ ਜ਼ਿਆਦਾ ਪਹਿਲੇ ਜਦੋਂ ਆਪਾਂ ਹੁਣ ਜਿੱਦਾਂ ਮੈਂ 1984 ਦੇ ਵਿੱਚ ਮੈਂ ਆਏ। ਮਾਫ ਕਰਨਾ, ਇੱਕ ਕਾਲ ਲੈ ਲਵਾਂ, ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹੈਲੋ ਜੀ, ਤੁਹਾਡੀ ਕਾਲ ਡ੍ਰੌਪ ਹੋ ਚੁੱਕੀ ਹੈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਸਕਰੀਨ ਉੱਪਰ ਨੰਬਰ ਚੱਲ ਰਹੇ ਤੇ ਤੁਸੀਂ ਦੇਖ ਰਹੇ ਹੋ, ਫਲੈਸ਼ ਹੋ ਰਿਹਾ, ਉਹਦੇ ਉੱਪਰ ਤੁਸੀਂ ਕਾਲ ਕਰਕੇ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਤੁਹਾਡੀ ਕਾਲ ਡ੍ਰੌਪ ਹੋ ਚੁੱਕੀ ਹੈ। ਸੋ ਤੁਸੀਂ ਕੁਝ ਕਹਿ ਰਹੇ ਸੀ? ਹਾਂਜੀ, ਜਿੱਦਾਂ ਹੁਣ ਆਟੋ ਇੰਸ਼ੋਰੈਂਸ ਦੇ ਵਿੱਚ we've had lots of issues over the years। ਜਿਹੜੀ ਵੀ ਗਵਰਨਮੈਂਟ ਤਾਂ ਬਿਲਕੁਲ ਸਹੀ ਹੈ, ਜਿਹੜੀ ਵੀ ਗਵਰਨਮੈਂਟ ਆਏ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੇ ਹੋਏ ਪ੍ਰੀਮੀਅਮ ਘਟਾਉਣ ਲਈ। ਹੁਣ 1990 ਦੇ ਵਿੱਚ ਜਦੋਂ NDP ਗਵਰਨਮੈਂਟ ਹੈ, ਹੁਣ ਇਸ ਵੇਲੇ ਆਫੀਸ਼ੀਅਲ ਆਪੋਜੀਸ਼ਨ ਰੌਲਾ ਬਹੁਤ ਪਾਉਂਦੀ ਆਪਣੀ ਗਵਰਨਮੈਂਟ ਦੇ ਵਿੱਚ, ਪਰ ਉਹੀ ਹੈ ਜਿਹੜੀ ਮਤਲਬ ਕਾਫੀ ਕੰਮ ਖਰਾਬ ਕੀਤਾ ਸੀ ਉਸ ਟਾਈਮ ਤੇ 1990 ਦੇ ਵਿੱਚ। ਉਹਨਾਂ ਨੇ ਇਲੈਕਸ਼ਨ ਜਿੱਤੇ ਇਸ ਬੇਸ ਤੇ, ਕਿਉਂਕਿ ਉਹ ਕਹਿ ਰਹੀ ਸੀ ਪਬਲਿਕ ਇੰਸ਼ੋਰੈਂਸ ਹੋਣਗੇ, ਮਤਲਬ ਗਵਰਨਮੈਂਟ ਇੰਸ਼ੋਰੈਂਸ ਹੋ ਗਏ, ਤੇ ਆਉਣ ਤੋਂ ਬਾਅਦ ਉਹਨਾਂ ਨੇ ਦੇਖੀ ਬਿਲਕੁਲ ਇੰਪੋਸੀਬਲ, ਤੇ ਐਵਰੀਬਾਡੀ ਵਿਲ ਬੀ ਅ ਗਵਰਨਮੈਂਟ EMPLOYEE, ਤੇ ਫਿਰ ਉਹਨਾਂ ਦੀ ਖਰਚਾ ਬਹੁਤ ਜ਼ਿਆਦਾ ਵੱਧ ਜਾਣਾ ਸੀਗਾ, ਤੇ ਫਿਰ ਕਲੇਮਸ ਪੇ ਕਰਨਾ, ਫਿਰ ਮਤਲਬ it would have cost taxpayers too much money। ਜੀ, ਸੋ ਇੱਕ ਅੱਗੇ ਨਾਲ ਹੀ ਜੁੜਦਾ ਸਵਾਲ ਇਹ ਹੈ ਕਿ ਪਿਛਲੇ ਦਿਨੀ ਜਿਹੜਾ ਅਨਾਉਂਸ ਕੀਤਾ ਸੀ ਇੰਸ਼ੋਰੈਂਸ ਕੰਪਨੀਆਂ ਨੇ ਕਿ ਅਸੀਂ ਡਿਸਕਾਊਂਟ ਦੇਵਾਂਗੇ, ਪਰ ਲੇਕਿਨ ਡਿਸਕਾਊਂਟ ਮਿਲੇ ਜਾਂ ਨਹੀਂ ਮਿਲੇ ਕਨਫਿਊਜ਼ਨ ਹੈ, ਔਰ ਪਤਾ ਵੀ ਨਹੀਂ ਹੈ ਕਿ ਕਿਸੇ ਨੂੰ ਮਿਲਿਆ ਜਾਂ ਨਹੀਂ ਮਿਲਿਆ। ਜੇ ਅਗਰ ਤੁਸੀਂ ਵੀ ਕਿਸੇ ਕੰਪਨੀ ਵੱਲੋਂ ਤੁਹਾਨੂੰ ਡਿਸਕਾਊਂਟ ਆਇਆ ਹੈ
ਤੁਹਾਡੀ ਆਟੋ ਇੰਸ਼ੋਰੈਂਸ ਨਾਲ ਰਿਲੇਟਡ ਤਾਂ ਤੁਸੀਂ ਫੋਨ ਕਰਕੇ ਦੱਸ ਸਕਦੇ ਆ। ਤਾਂ ਤੁਸੀਂ ਕੋਈ ਇਹਦੇ ਬਾਰੇ ਅਪਡੇਟ ਦੇਣਾ ਚਾਹੋ? ਹਾਂਜੀ, ਬਹੁਤ ਅਪਡੇਟ ਦੇ ਸਕਦੇ ਕਿਉਂਕਿ ਮੈਂ ਕਾਫੀ ਕੰਪਨੀਆਂ ਉਹਨਾਂ ਦੀ ਲੀਡਰਸ਼ਿਪ ਨਾਲ ਗੱਲ ਕਰ ਚੁੱਕੇ ਐਂਡ ਵਿਦ ਦ ਅੰਡਰਰਾਈਟਰਸ ਜਿਹੜੀ ਡਿਸਾਈਡ ਕਰ ਰਹੇ ਪ੍ਰੀਮੀਅਮਸ ਕੀ ਹੈਗੇ। ਸੋ ਜ਼ਰੂਰ ਆਪਣੀ ਇੰਸ਼ੋਰੈਂਸ ਬ੍ਰੋਕਰ ਜਾਂ ਇੰਸ਼ੋਰੈਂਸ ਕੰਪਨੀ ਨੂੰ ਫੋਨ ਕਰਕੇ ਉਹਨਾਂ ਨੂੰ ਦੱਸ ਦਿਓ। ਹੋ ਸਕੇ ਪਹਿਲੇ ਤੁਹਾਡੇ ਕੋਲ 2 ਗੱਡੀ ਸੀਗੇ ਤੇ ਹੁਣ ਤੁਸੀਂ ਦੋਨੋਂ ਕੰਮ ਤੇ ਨਹੀਂ ਡਰਾਈਵ ਕਰ ਰਹੀ ਹੈ ਤੇ ਸਿਰਫ ਇੱਕ ਗੱਡੀ ਮਤਲਬ ਤੁਸੀਂ ਗਰੋਸਰੀ ਲਈ ਲੈ ਜਾ ਰਹੀ ਹੈ ਇੱਕ ਵਾਰੀ ਹਫਤੇ 'ਚ। ਸੋ ਉਹਦੇ ਵਿੱਚ ਕਾਫੀ ਸੇਵਿੰਗਸ ਆ ਸਕਦੇ। ਕੁਛ ਆਟੋਮੈਟਿਕ ਡਿਸਕਾਊਂਟ ਦੇ ਰਹੀ ਹੈ, ਜਿੱਦਾਂ ਹੁਣ ਇੰਟੈਕ ਨੋਰਥਬ੍ਰਿਜ ਉਹ 15% ਤੁਹਾਡੇ April May June ਪ੍ਰੀਮੀਅਮ ਦੇ ਰਹੀ ਹੈ। ਵਿਦ ਇੰਟੈਕ ਤੁਹਾਨੂੰ ਮਤਲਬ ਆਨਲਾਈਨ ਕੁਇਕਲੀ ਥੋੜ੍ਹਾ ਜਿਹੀ ਦੱਸਣਾ ਪੈਣਾ ਐਂਡ ਦੇ ਵਿਲ ਗਿਵ ਯੂ ਦ ਡਿਸਕਾਊਂਟ। CIA ਤੁਹਾਨੂੰ ਪੂਰੇ 10% ਪ੍ਰੀਮੀਅਮ ਤੋਂ ਡਿਸਕਾਊਂਟ ਦੇ ਰਹੀ ਹੈ। ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਵਿੱਚ ਵਾਰ-ਵਾਰ ਕਾਲ ਆ ਰਹੀ ਹੈ ਇਹਨਾਂ ਦੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਤਾਂ ਵਿਕਟੋਰੀਆ ਡੇ ਦੀਆਂ ਬਹੁਤ ਮੁਬਾਰਕਾਂ ਜੀ। ਜੀ ਸ਼ੁਕਰੀਆ। ਮੇਰੇ 2 ਸਵਾਲ ਐਕਚੁਅਲੀ ਨੀਨਾ ਜੀ ਨੂੰ। ਜੀ ਜੀ। ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਜਿਹੜਾ ਜਿਵੇਂ ਹੁਣ ਗੱਡੀਆਂ ਖੜੀਆਂ ਇੰਨੇ ਦੇਰ ਦੀਆਂ ਘਰਾਂ ਦੇ ਵਿੱਚ 2 ਮੰਥ ਤਾਂ ਹੋ ਗਏ ਨਾ ਜੀ, ਤੇ ਉਹਦੀ ਅਸੀਂ ਇੰਸ਼ੋਰੈਂਸ ਪੇ ਕਰਦੇ ਜਾ ਰਹੇ ਹਾਂ। ਉਹਨਾਂ ਦੇ ਵਿੱਚ ਮੇਰੇ ਖਿਆਲ 'ਚ ਇੰਸ਼ੋਰੈਂਸ ਕੰਪਨੀ ਨੂੰ ਡਿਸਕਾਊਂਟ ਦੇਣਾ ਚਾਹੀਦਾ ਸੀ ਕੁਛ ਨਾ ਕੁਛ। ਵੈਸੇ ਅਸੀਂ ਸੁਣਿਆ ਵੀ ਸੀ, ਫੇਸਬੁੱਕ ਤੇ ਵੀ ਪੜ੍ਹਿਆ ਸੀ ਕਿ ਡਿਸਕਾਊਂਟ ਮਿਲੂਗਾ ਨਾ ਜੀ। ਦੂਜਾ ਮੇਰਾ ਸਵਾਲ ਇਹ ਸੀ ਕਿ ਜਿਹੜਾ ਅੰਟਾਰੀਓ ਗਵਰਨਮੈਂਟ ਨੇ ਬੱਚਿਆਂ ਦੇ ਲਈ $200 ਦਿੱਤੇ ਹੈਗੇ ਆ, ਇਹਦਾ ਕੋਈ ਕ੍ਰਾਈਟੇਰੀਆ ਹੈਗਾ ਇਹਦਾ? ਜੀ ਜੇ ਕ੍ਰਾਈਟੇਰੀਆ ਨਹੀਂ ਹੈ, ਕਿਉਂਕਿ ਮੈਂ ਵੀ ਅਪਲਾਈ ਕੀਤਾ ਸੀ, ਮੇਰੇ 2 ਬੱਚੇ ਆ, ਪਰ ਮੇਰੇ ਕੋਲ ਆਇਆ ਨਹੀਂ $400 ਜੀ। ਇਸ ਕਰਕੇ ਇਹ ਸਵਾਲ ਪੁੱਛਣਾ ਸੀ ਨੀਨਾ ਜੀ। ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਫ ਦੀ ਏਅਰ ਸੁਣ ਲਓ ਜੀ। ਹਾਂਜੀ, ਬਹੁਤ ਅੱਛੇ ਸਵਾਲ। ਪਰ ਮੈਂ ਇੰਸ਼ੋਰੈਂਸ ਦੇ ਪੈਸੇ ਸੀ ਉਹੀ ਗੱਲ ਕਰ ਰਹੇ ਸੀਗੇ। ਸੋ ਜੇ ਤੁਹਾਡੀ ਵੈਸੇ ਗੱਡੀ ਖੜੀ ਹੈ ਤੇ ਤੁਸੀਂ ਕੰਪਨੀ ਨੂੰ ਨਹੀਂ ਦੱਸੋਗੇ ਤੇ ਉਹਨਾਂ ਤੁਹਾਨੂੰ ਡਿਸਕਾਊਂਟ ਇਸ ਤਰ੍ਹਾਂ ਆਟੋਮੈਟਿਕਲੀ ਨਹੀਂ ਦੇਣਗੇ। ਥੋੜ੍ਹੇ ਬਹੁਤਾ ਡਿਸਕਾਊਂਟ ਵੈਸੇ ਦੇ ਰਹੇ ਸੀ, 10-15% ਜੋ ਵੀ ਹੈਗੇ ਆ। ਪਰ ਜੇ ਤੁਹਾਡੇ ਹੁਣ ਜਿਸ ਤਰ੍ਹਾਂ 2 ਗੱਡੀ ਤੁਸੀਂ ਖੜੀ ਕੀਤੀ ਹੋਈ ਹੈ ਕਾਰ, ਜੇ ਤੁਸੀਂ ਇੱਕ ਗੱਡੀ ਗਰੋਸਰੀ ਲਈ ਲੈ ਕੇ ਜਾ ਰਹੀ ਤੇ ਦੂਜੀ ਗੱਡੀ ਬਿਲਕੁਲ ਨਹੀਂ ਚਲਾ ਰਹੀ ਹੈ। ਦੇਖੋ ਹਰ ਇੱਕ ਬੰਦੇ ਦੀ ਸਿਚੁਏਸ਼ਨ ਯੂਨੀਕ ਹੈ। ਸੋ ਮੈਂ ਇਹ ਨਹੀਂ ਕਹੂੰਗੀ ਤੁਸੀਂ ਤੁਹਾਡੀ ਸਿਚੁਏਸ਼ਨ ਤਾਂ ਇਹ ਹੋ ਗਏ, ਪਰ ਜਿਸ ਤਰ੍ਹਾਂ ਤੁਸੀਂ ਮੈਨੂੰ ਕਹਿ ਰਹੀ ਹੈ ਤੁਸੀਂ ਆਪਣੇ ਬ੍ਰੋਕਰ ਜਾਂ ਇੰਸ਼ੋਰੈਂਸ ਕੰਪਨੀ ਜਿਹਦੇ ਨਾਲ ਤੁਸੀਂ ਹੈਗੀ ਹੈ, ਤੁਸੀਂ ਉਹਨਾਂ ਨੂੰ ਫੋਨ ਕਰਕੇ ਦੱਸ ਦਿਓ ਆਈ ਐਮ ਡਰਾਈਵਿੰਗ 1 vehicle just for grocery, so pleasure use only, not driving to work, ਤੇ ਦੂਸਰੀ ਗੱਡੀ ਬਿਲਕੁਲ ਖੜੀ ਹੈ। ਸੋ ਹੋ ਸਕੇ ਤੁਸੀਂ ਇੱਕ ਗੱਡੀ ਦਾ ਮਤਲਬ ਕੰਪ੍ਰੀਹੈਂਸਿਵ ਰੱਖ ਸਕਦੇ ਜਾਂ ਫਾਇਰ ਐਂਡ ਥੈਫਟ ਜੀ, ਔਰ ਐਂਡ ਦੈਨ ਦੂਸਰੀ ਗੱਡੀ ਸ਼ਾਇਦ ਤੁਸੀਂ ਕਮਿਊਟ ਲਈ ਯੂਜ਼ ਕਰਦੇ ਸੀ ਪਹਿਲੇ, ਹੁਣ ਤੁਸੀਂ ਪਲੇਜ਼ਰ ਯੂਜ਼ ਲਈ। ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟਸ ਮਿਲਾਂਗੇ। ਐਂਡ ਪਰ ਇਹ ਵੀ ਜ਼ਰੂਰੀ ਹੈ ਜੇ ਤੁਸੀਂ ਕੰਮ ਤੇ ਜਾਣ ਲੱਗੇ ਨਾ ਵਾਪਸ, ਉਹਨਾਂ ਨੂੰ ਜ਼ਰੂਰ ਦੱਸਣੀ ਹੈ। ਇਹ ਨਾ ਹੋਵੇ ਤੁਸੀਂ ਆਪਣੀ ਗੱਡੀ ਖੜੀ ਕਰਕੇ ਆਪਣੇ ਉਹੀ ਪ੍ਰੀਮੀਅਮ ਰੱਖੇ, ਫਿਰ ਤੁਸੀਂ ਕੱਲ ਗੱਡੀ ਚਲਾਓਗੇ ਤੇ ਐਕਸੀਡੈਂਟ ਹੋ ਗਏ, ਫਿਰ ਤੁਹਾਡੀ ਕਵਰੇਜ ਨਹੀਂ ਰਹੂਗੇ। ਸੋ ਯੂ ਮਸਟ ਬੀ ਕੇਅਰਫੁਲ। ਤੇ ਓਨਲੀ ਇਫ ਯੂਰ ਕਾਰ ਇਜ਼ ਨਾਟ ਬੀਂਗ ਡਰਿਵਨ ਐਟ ਆਲ। ਪਰ ਜੇ ਤੁਹਾਡੇ ਕੋਲ ਇੱਕੋ ਗੱਡੀ ਤੁਸੀਂ ਨਹੀਂ ਚਲਾ ਰਹੇ, ਐਂਡ ਇਹ ਵੀ ਫਰਕ ਬਹੁਤ ਪੈਂਦਾ ਹੈ ਜੇ ਤੁਹਾਡੇ ਕੋਲ ਲੋਨ ਵੀ ਹੈਗੇ ਜਾਂ ਲੀਸਡ ਵਹੀਕਲ ਹੈ, ਉਹ ਹੋ ਸਕੇ ਤੁਹਾਨੂੰ ਕਵਰੇਜਸ ਨਹੀਂ ਘਟਾ ਸਕਦੇ ਜੀ। ਦੂਜਾ ਉਹਨਾਂ ਦਾ ਸਵਾਲ ਇਹ ਸੀ ਕਿ ਬੱਚਿਆਂ ਦੇ ਜਿਹੜਾ 200 ਮਤਲਬ $200 ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ, ਉਹ ਸਾਰਿਆਂ ਨੂੰ ਮਿਲੇ ਜਾਂ ਕੋਈ ਉਹਦਾ ਕੋਈ ਕ੍ਰਾਈਟੇਰੀਆ? ਹਾਂਜੀ, ਨਹੀਂ, ਉਹ ਤਾਂ ਸਾਰਿਆਂ ਨੂੰ ਮਿਲੇ, ਸਾਰਿਆਂ ਨੂੰ ਆਟੋਮੈਟਿਕ ਜਾਂ ਕੋਈ? ਇਟ ਵਾਸ ਨਾਟ ਬੇਸਡ ਔਨ ਇਨਕਮ, ਇਟ ਵਾਸ ਨਾਟ ਬੇਸਡ ਔਨ ਐਨੀਥਿੰਗ ਲਾਈਕ ਦੈਟ, ਕਿਉਂਕਿ ਸਾਨੂੰ ਪਤਾ ਕਈ ਬੰਦੇ ਜਿਹੜੀ ਕੰਮ ਤੇ ਜਾ ਰਹੀ ਉਹਨੂੰ ਚਾਈਲਡ ਕੇਅਰ ਸਰਵਿਸਿਜ਼ ਸ਼ਾਇਦ ਚਾਹੀਦਾ, ਐਂਡ many issues ਹੁਣ ਕਰ ਹੈਗੇ, ਬੱਚੇ ਹੁਣ ਕਰ you have to get extra groceries, ਜੋ ਵੀ we want to make sure that everybody's looked after, ਕਿਉਂਕਿ ਇਹ ਮੁਸ਼ਕਿਲ ਟਾਈਮ ਆ ਰਿਹਾ ਹੈ, ਕੋਈ ਸੋਚ ਵੀ ਨਹੀਂ ਸੀ ਸਕਦੇ ਹੁਣ ਕੀ ਹੋ ਰਿਹਾ। ਸੋ ਹਰ ਜਿਹੜੀ ਵੀ ਪ੍ਰੋਗਰਾਮ ਜਿੱਥੇ ਵੀ ਅਸੀਂ ਮਤਲਬ ਹੈਲਪ ਕੀਤੇ ਲੋਕਾਂ ਨੂੰ ਜੋ ਵੀ ਹੈਗੇ, everything is being reviewed, ਕਿਉਂਕਿ ਹੁਣ ਅਸੀਂ ਹੌਲੀ ਹੌਲੀ ਜਿਸ ਤਰ੍ਹਾਂ ਹੁਣ ਬਿਜ਼ਨਸਿਸ ਖੋਲ ਰਹੀ ਹੈ, ਹੋਪਫੁਲੀ ਸਪਰੈਡ ਨਹੀਂ ਵਧੂਗੇ, ਲੋਕੀ ਬਹੁਤ ਖਿਆਲ ਨਾਲ 2 ਮੀਟਰ 6 ਫੀਟ ਦੂਰ ਰਹੋਗੇ ਇੱਕ ਦੂਸਰੇ ਤੋਂ। ਐਂਡ ਦੈਨ ਇਫ ਵੀ ਡੋਂਟ ਸੀ ਅ ਸਰਜ, ਇਫ ਵੀ ਸੀ ਦ ਨੰਬਰਸ ਕੀਪ ਕਮਿੰਗ ਡਾਊਨ, ਅਸੀਂ ਬਾਕੀ ਸਾਰਾ ਕੁਝ ਵੀ ਖੋਲ ਸਕਦੇ ਹਾਂ ਜੀ। ਸੋ ਅੱਗੇ ਮੇਰਾ ਸਵਾਲ ਇਹ ਹੈ ਕਿ ਵੀ ਬਹੁਤ ਸਾਰੇ ਸਾਡੇ ਜਿਹੜੇ, ਖਾਸ ਕਰਕੇ ਮੈਂ ਪੰਜਾਬ ਦੀ ਗੱਲ ਤਾਂ ਕਰਦਾ ਕਿਉਂਕਿ ਸਾਡੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ, ਬਹੁਤ ਸਾਰੇ ਸਾਡੇ ਸਟੂਡੈਂਟਸ ਹੈ ਉਹ ਪੰਜਾਬ ਤੋਂ ਆਉਂਦੇ, ਔਰ ਬਿਲੀਅਨਸ ਆਫ ਡਾਲਰ ਦਾ ਜਿਹੜਾ ਸਾਨੂੰ ਫਾਇਦਾ ਇਕੋਨਮੀ ਦੇ ਵਿੱਚ ਹੁੰਦਾ ਹੈ ਕੈਨੇਡਾ ਨੂੰ। ਤਾਂ ਉਹਦੇ ਵਿੱਚੋਂ ਜ਼ਿਆਦਾ ਜਿਹੜੀ ਮਾਤਰਾ ਹੈ ਬੱਚਿਆਂ ਦੀ, ਜਾਂ ਇਹ ਕਹਿ ਲਈਏ ਗਿਣਤੀ ਹੈ ਜਿਹੜੀ, ਉਹ ਸਾਡੇ ਅੰਟੈਰੀਓ 'ਚ ਹੁੰਦੀ ਹੈ। ਹੁਣ ਜਦੋਂ ਪੈਂਡੈਮਿਕ ਦਾ ਦੌਰ ਆਇਆ ਤਾਂ ਉਹਨਾਂ ਦੀਆਂ ਵਿਚਾਰਿਆਂ ਦੀਆਂ ਫੀਸਾਂ, ਕਿਉਂ ਵਿਚਾਰਾ ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਬਹੁਤ ਮਿਹਨਤੀ ਬੱਚੇ ਹੁੰਦੇ ਨੇ, ਉਹਨਾਂ ਦੀਆਂ ਫੀਸਸ ਦੀ ਗੱਲ ਕਰੀਏ, ਬਹੁਤ ਸਾਰਾ ਹੋਰ ਵੀ ਖਰਚਾ ਹੈ। ਦੂਜੇ ਪਾਸੇ ਜਿਹੜੇ ਸਿਟੀਜ਼ਨ ਹੈ ਜਾਂ ਇੱਥੋਂ ਦੇ PR ਬੱਚੇ ਆ, ਉਹਨਾਂ ਨੂੰ $1250 ਦਾ ਜਿਹੜਾ ਇਹ ਬੈਨੀਫਿਟ ਮਿਲ ਰਿਹਾ।
ਲੇਕਿਨ ਇੰਟਰਨੈਸ਼ਨਲ ਸਟੂਡੈਂਟ ਨੂੰ ਕਿਸੇ ਕਿਸਮ ਦਾ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਇਸ ਤਰ੍ਹਾਂ ਦਾ, ਔਰ ਉਹ ਵਿਚਾਰੇ ਕਿੱਥੋਂ ਖਾਣ। ਔਰ ਇੱਕ ਜ਼ਰੂਰ ਇਹ ਘੋਸ਼ਣਾ ਹੋਈ ਸੀ ਕਿ ਵੀ 40 ਘੰਟੇ ਉਹ ਕੰਮ ਕਰ ਸਕਦੇ, 20 ਘੰਟੇ ਤੋਂ ਵਧਾ ਕੇ 40 ਘੰਟੇ ਕਰ ਸਕਦੇ, ਲੇਕਿਨ ਜੇ ਕੰਮ ਹੀ ਨਾ ਹੋਏਗਾ ਤਾਂ ਉਹ ਕਿਵੇਂ ਕਰਨਗੇ? ਜੇ ਉਹ 20 ਘੰਟੇ ਲੱਗਦੇ ਸੀ ਉਹ ਵੀ ਕਿਤੇ ਬੱਚੇ ਚਲੇ ਗਏ, ਮਤਲਬ ਥੋੜ੍ਹੇ 5% ਬੱਚੇ ਹੋ ਸਕਦਾ ਕਿ ਉਹ ਕਰਦੇ ਵੀ ਹੋਣ, ਲੇਕਿਨ ਬਾਕੀ ਜਿਹੜੇ ਆ 95% ਬੱਚੇ ਉਹ ਕੀ ਕਰਨਗੇ ਜਦੋਂ ਉਹਨਾਂ ਨੂੰ 1250 ਵਾਲੀ ਜਿਹੜੀ ਸਹਾਇਤਾ ਨਹੀਂ ਮਿਲ ਰਹੀ? ਕਿਉਂਕਿ ਅਸੀਂ ਪ੍ਰੋਵਿੰਸ ਓਨਟਾਰੀਓ ਦੀ ਗੱਲ ਕਰ ਰਹੇ ਹਾਂ, ਤੁਹਾਡੀ ਸਰਕਾਰ ਹੈ, ਤੁਸੀਂ ਇਹਦੇ ਲਈ ਕੁਝ ਕਰ ਰਹੇ ਹੋ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ? ਹਾਂਜੀ, ਪਹਿਲੀ ਗੱਲ ਹੈਗੀ ਜਿਹੜੀ ਸਟੂਡੈਂਟ ਬੈਨੀਫਿਟ ਉਹ ਫੈਡਰਲ ਪ੍ਰੋਗਰਾਮ ਸੀਗੇ, ਕਿਉਂਕਿ ਉਹਨਾਂ ਨੇ ਅਨਾਉਂਸ ਕਰਤੇ, ਅਸੀਂ ਉਹਨਾਂ ਨੂੰ ਕਿਹਾ, ਬਹੁਤ ਕਿਹਾ, ਤੇ ਟਰਾਈ ਐਂਡ ਇਨਕਲੂਡ ਇੰਟਰਨੈਸ਼ਨਲ ਸਟੂਡੈਂਟਸ। ਹੁਣ ਇੰਟਰਨੈਸ਼ਨਲ ਸਟੂਡੈਂਟਸ ਤੇ ਬਹੁਤ ਡਿਫਰੈਂਟ ਗੱਲ ਹੈ, ਕਿਉਂਕਿ ਇੱਕ ਤੇ ਵਿਚਾਰੇ ਇੰਨਾ ਦੂਰ ਆਏ, ਇੰਨਾ ਖਰਚਾ ਕਰਕੇ ਆਏ, ਉਹਨਾਂ ਦੀ ਫੀਸ ਵੀ ਬਹੁਤ ਹਾਈ, ਫਿਰ ਵੀ ਕਿਰਾਇਆ ਤਾਂ ਦੇਣਾ ਪੈਣਾ, ਖਾਣਾ ਪੀਣਾ ਵੀ ਹੈ। ਇਹਦੇ ਨਾਲ ਮੈਂ ਇੱਕ ਬਹੁਤ ਧੰਨਵਾਦੀ ਕਰਨਾ ਚਾਹੁੰਦੀ ਆਪਣੇ ਰੈਸਟੋਰੈਂਟਸ, ਕਮਿਊਨਿਟੀ ਆਰਗੇਨਾਈਜੇਸ਼ਨਸ ਜਿਹੜੀ ਬਹੁਤ ਹੈਲਪ ਕਰ ਰਹੇ ਬੱਚੇ ਨੂੰ, ਐਂਡ ਦੇ ਆਰ ਗਿਵਿੰਗ them food, they are giving them groceries। ਅਸੀਂ ਵੀ ਆਪਣੇ ਮਤਲਬ ਮਿਲ ਰਲ ਕੇ with a group of people we are helping lots of those students। ਅਸੀਂ ਉਹਨਾਂ ਨੂੰ ਮਤਲਬ ਇੱਕ ਮਹੀਨੇ ਦੀ food groceries ਵਗੈਰਾ ਦੇ ਰਹੀ ਹੈ। So trying to help as much as we can। ਜੌਬਸ ਵੀ ਹੈਗੀ ਹੈ, there's lots of jobs now। ਹੁਣ ਵੀਕਐਂਡ 'ਤੇ ਤੁਹਾਡੀ ਲਿਮਿਟੇਸ਼ਨ ਵੀ ਹੈ ਨਹੀਂ, so you can go and work 30-40 hours if you wish, ਕਿਉਂਕਿ ਘਰ ਬੈਠਣਾ ਵੀ ਮੁਸ਼ਕਿਲ ਹੈਗੀ ਹੈ, ਤੇ ਸੋ ਕੰਮ ਜੇ ਤੁਸੀਂ ਕਰ ਸਕਦੇ ਤੁਸੀਂ ਜਾ ਸਕਦੇ। ਤੇ ਇਹ ਵੀ ਬਹੁਤ ਪ੍ਰੋਬਲਮ, ਲੋਕ ਬਹੁਤ ਡਰਦੇ ਹੈ ਪਬਲਿਕ ਟ੍ਰਾਂਸਿਟ 'ਤੇ ਜਾਣ ਨੂੰ, ਰਾਈਟ? ਇਹ ਵੀ ਡਰਾਬੈਕ ਹੈ, ਬਿਲਕੁਲ। ਸੋ ਸਾਰੇ ਪਾਸੇ ਵਿਚਾਰੇ ਉਹ ਹਿੱਟ ਹੋਈ ਹੈ। ਸੋ ਵੀ ਵਾਂਟ ਟੂ ਮੇਕ ਸ਼ੋਰ that we have some help for all of those kids। ਅਸੀਂ ਹੈਲਪ ਕਰ ਸਕਦੇ ਜਿਸ ਤਰ੍ਹਾਂ colleges and universities ਉਹ ਸਾਡੇ ਮਤਲਬ ਅੰਦਰ ਦੇ ਆਉਂਦੇ। ਸੋ ਵੀ ਆਰ ਟਾਕਿੰਗ ਵਿਦ ਦ ਮਿਨਿਸਟਰ, ਪ੍ਰੀਮੀਅਮ ਮੈਂ ਕੱਲ੍ਹ ਮਿਲਣੀ ਆ, ਇਹਦੇ ਬਾਰੇ ਐਕਚੁਅਲੀ ਗੱਲ ਕਰਨੀ ਹੈ, ਕਿਉਂਕਿ ਆਨਲਾਈਨ ਕੋਰਸਿਸ ਚੱਲ ਰਹੇ ਹੈ, ਉਹਨਾਂ ਨੇ ਪੇ ਕੀਤੇ in class instruction। So ਅਸੀਂ ਕੋਸ਼ਿਸ਼ ਕਰਨੀ, if we can try and find some ways to help either ਜੋ ਉਹਨਾਂ ਦੀ ਜਿਹੜੀ ਫੀਸ ਉਹ ਹਾਲੇ ਨਾ ਲੈਣ, ਕਿਉਂਕਿ ਉਹ ਮੰਗ ਰਹੇ ਆ। ਬਿਲਕੁਲ, ਕਿਉਂਕਿ ਕਲਾਸਿਸ ਤਾਂ ਬਿਲਕੁਲ ਬੰਦ ਹੈ, ਔਰ ਜਿਹੜਾ ਕਲਾਸਿਸ ਦਾ ਖਰਚਾ ਸੀ ਜਾਂ ਹੋਰ ਖਰਚੇ ਸੀ ਉਹ ਸਾਰੇ ਬੰਦ ਹੋਏ ਨੇ, ਤਾਂ ਆਨਲਾਈਨ ਜਿਹੜੀ ਉਹ ਕਰ ਰਹੇ ਆ, ਲੇਕਿਨ ਕਿਤੇ ਨਾ ਕਿਤੇ ਜਿਹੜੀਆਂ ਫੀਸਿਸ ਹੈ ਉਹ ਸੇਮ ਚਾਰਜ ਕਰਦੀ ਜਿਵੇਂ ਤੁਸੀਂ ਦੱਸਿਆ, ਤਾਂ ਉਹਦੇ ਵਿੱਚ ਕੁਛ ਨਾ ਕੁਛ ਕੰਸੈਸ਼ਨ ਮਿਲ ਜਾਵੇ, ਜਾਂ ਜਿਵੇਂ ਕੋਈ 1250 ਵਾਲਾ ਕੋਈ ਆਪਣੇ ਓਨਟਾਰੀਓ ਲੈਵਲ 'ਤੇ, ਕਿਉਂਕਿ ਤੁਹਾਡੀ ਗੌਰਮੈਂਟ ਹੈ, ਮੈਂ ਤਾਂ ਅਪੀਲ ਵੀ ਕਰਦਾ ਤੁਹਾਨੂੰ ਆਪਣੇ ਭਾਈਚਾਰੇ ਵੱਲੋਂ ਕਿ ਤੁਸੀਂ ਆਪਣੇ ਇੱਕ ਰੀਪ੍ਰੈਜ਼ੈਂਟ ਦੇ ਤੌਰ 'ਤੇ ਫੋਰਟ ਸਾਹਿਬ ਨਾਲ ਗੱਲ ਕਰਕੇ ਕਿ ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਤਾਂ ਉਹਨਾਂ ਦਾ ਵੀ ਕੁਛ ਨਾ ਕੁਛ ਹੱਲ ਕੀਤਾ ਜਾਵੇ। ਹਾਂਜੀ, ਨਹੀਂ ਉਹ ਅਸੀਂ ਪ੍ਰੀਮੀ ਨਾਲ ਗੱਲ ਕਰਾਂਗੇ, ਪਰ ਅਨਫੋਰਚੂਨੇਟਲੀ ਜੋ ਉਹ ਵਾਲੇ ਪ੍ਰੋਗਰਾਮਸ ਦੇ ਆ ਫੈਡਰਲ, ਸੋ ਆਈ ਨੋ ਪ੍ਰੈਸ਼ਰ ਬਹੁਤ ਪਾ ਰਹੀ ਹੈ ਪ੍ਰਾਈਮ ਮਿਨਿਸਟਰ ਤੋਂ, ਐਂਡ ਵੀ ਆਰ ਟਰਾਈਂਗ ਟੂ ਫਾਈਂਡ ਵੇਜ਼ ਟੂ ਹੈਲਪ them। ਆਈ ਨੋ ਅਸੀਂ ਮੈਂ ਬਹੁਤ ਆਪ ਖੁਦ ਜਾਣਦੇ ਪਰਸਨਲ ਲੈਵਲ ਤੋਂ, ਐਂਡ they're hurting very much, ਪਰ ਅਸੀਂ ਤੁਹਾਡੇ ਨਾਲ ਹੀ ਹਾਂ, ਜੇ ਤੁਹਾਨੂੰ ਕਦੀ ਵੀ ਹੈਲਪ ਚਾਹੀਦਾ ਪਲੀਜ਼ ਸਾਨੂੰ ਕਾਲ ਕਰ ਲਿਓ, we will definitely get help for you। ਜੀ, ਸੋ ਨੀਨਾ ਜੀ ਇੱਕ ਬ੍ਰੇਕ ਲੈ ਲਈਏ ਛੋਟੀ ਜਿਹੀ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਸੋ ਦਰਸ਼ਕੋ, ਅਗਰ ਕਿਸੇ ਕਿਸਮ ਦਾ ਸਵਾਲ ਜਾਂ ਤੁਹਾਡੇ ਜ਼ਿਹਨ 'ਚ ਕਿਸੇ ਕਿਸਮ ਦਾ ਕੋਈ ਸੁਝਾਅ ਹੋਵੇ ਤਾਂ ਸਕਰੀਨ ਉੱਪਰ ਨੰਬਰ ਜੋ ਤੁਸੀਂ ਦੇਖ ਰਹੇ ਹੋ ਫਲੈਸ਼ ਹੋ ਰਿਹਾ, ਉਹਦੇ ਉੱਪਰ ਤੁਸੀਂ ਕਾਲ ਕਰਕੇ ਗੱਲ ਕਰ ਸਕਦੇ ਆ। ਨੀਨਾ ਜੀ ਨਾਲ ਰਿਲੇਟਡ ਕੋਈ ਸਵਾਲ ਹੋਵੇ, ਮਿਸੀਸਾਗਾ ਸਟਰੀਟਸਵਿਲ ਤੋਂ MPP ਨੇ, ਔਰ ਕਿਸੇ ਵੀ ਕਿਸਮ ਦਾ ਸਵਾਲ ਹੋਵੇ ਪ੍ਰੋਵਿੰਸ ਦੇ ਰਿਲੇਟਡ ਤਾਂ ਤੁਸੀਂ ਕਾਲ ਕਰ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਸ਼ੁਕਰੀਆ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ, ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ।
ਸਤਿ ਸ਼੍ਰੀ ਅਕਾਲ ਜੀ, ਮੈਂ ਬਲਜੀਤ ਮੰਡ ਕੋਲਡਵੈਲ ਬੈਂਕਰ ਸਨ ਰਿਐਲਟੀ ਨਾਲ ਕੰਮ ਕਰਦਾ ਹੈਗਾ। ਜੇ ਤੁਹਾਡਾ ਕੋਈ ਵੀ ਪ੍ਰਾਪਰਟੀ ਲੈਣ ਦਾ ਹੈ ਇਰਾਦਾ ਤੇ ਅਸੀਂ ਤੁਹਾਨੂੰ ਲੈ ਕੇ ਦੇਵਾਂਗੇ, ਇਹ ਹੈ ਸਾਡਾ ਵਾਅਦਾ। ਵਧੀਆ ਤੇ ਭਰੋਸੇਯੋਗ ਸੇਵਾਵਾਂ ਲੈਣ ਵਾਸਤੇ ਡੂ ਕੰਟੈਕਟ ਵਿਦ ਮੀ 4169037171। ਮੈਂ ਬਲਜੀਤ ਮੰਡ ਕੋਲਡਵੈਲ ਬੈਂਕਰ ਸਨ ਰਿਐਲਟੀ ਨਾਲ ਕੰਮ ਕਰਦਾ ਹਾਂ। ਸਤਿ ਸ਼੍ਰੀ ਅਕਾਲ ਜੀ। ਇੰਡੀਅਨ ਕਜ਼ੀਨ ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 locations. For memorable food and exceptional value, you can contact us at. You can also mail us at ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। For the beautiful you, Jao Renu Hair Salon and Spa. ਜਿੱਥੇ ਮਿਲੇਗਾ ਤੁਹਾਨੂੰ ਲੇਜ਼ਰ ਹੈਅਰ ਰਿਮੂਵਲ ਐਂਡ IPL ਫੋਟੋ ਫੇਸ਼ੀਅਲ, ਜਿਸ ਦੇ ਨਾਲ ਰਿਮੂਵ ਹੋ ਸਕਦੇ ਨੇ ਪਰਮਨੈਂਟ ਸਕਿਨ ਟੈਗਸ ਐਂਡ ਪਿਗਮੈਂਟੇਸ਼ਨ। For more information, contact 204-233-3146. ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋਅ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਜਿਹੜਾ ਇਹ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਹਾਂ। 7 ਤੋਂ 8 ਇਸ ਦਾ ਪ੍ਰੋਗਰਾਮ ਦਾ ਟਾਈਮ ਹੁੰਦਾ, ਜਿੱਥੇ ਤੁਸੀਂ ਆਪਣੇ ਟੀਵੀ ਸੈੱਟ ਤੇ ਉਹ ਪ੍ਰੋਗਰਾਮ ਦੇਖ ਰਹੇ ਹੋ। ਨਾਲ ਦੀ ਨਾਲ ਇਹ ਪ੍ਰੋਗਰਾਮ ਦਾ ਸਿੱਧਾ ਤੁਸੀਂ ਪ੍ਰਸਾਰਣ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਕਿਸੇ ਕਿਸਮ ਦਾ ਸਵਾਲ ਜਾਂ ਸੁਝਾਅ ਹੋਵੇ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਜੋ ਫਲੈਸ਼ ਕਰ ਰਿਹਾ ਉਹਦੇ ਉੱਪਰ ਤੁਸੀਂ ਕਾਲ ਕਰ ਸਕਦੇ ਆ। ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਮਾਨਯੋਗ ਨੀਨਾ ਟਾਂਗਰੀ ਜੀ ਆਏ ਨੇ, MPP ਨੇ, ਜੋ ਕਿ ਮਿਸੀਸਾਗਾ ਸਟਰੀਟਸਵੈਲ ਤੋਂ। ਔਰ ਬਹੁਤ ਸਾਰੇ ਇਹਨਾਂ ਕੋਲ ਅਹੁਦੇ ਨੇ। ਮੈਂ ਗਿਣਾਉਂਦਾ ਜਾਵਾਂ ਤਾਂ ਟਾਈਮ ਜ਼ਿਆਦਾ ਵੇਸਟ ਹੋ ਗਿਆ। ਇਸ ਤੋਂ ਪਹਿਲਾਂ ਕਿ ਮੈਂ ਹੋਰ ਟਾਈਮ ਵੇਸਟ ਕਰਾਂ, ਮੈਂ ਇਹਨਾਂ ਤੋਂ ਜਿਹੜੇ ਸਵਾਲ ਜਵਾਬ ਨੇ ਪ੍ਰੋਵੈਂਸ ਦੇ ਨਾਲ ਰਿਲੇਟਡ ਜਾਂ ਪੈਂਡੈਮਿਕ ਦੇ ਦੌਰਾਨ ਜੋ ਕੋਈ ਖੁੱਲ੍ਹੇਗਾ ਔਰ ਕਿਹਨੂੰ ਕਿਹਨੂੰ ਕੀ ਸਹਾਇਤਾ ਮਿਲ ਸਕਦੀ ਹੈ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਸੋ ਇੱਕ ਵਾਰੀ ਤੁਹਾਡਾ ਫਿਰ ਸਵਾਗਤ ਹੈ ਜੀ। ਬਹੁਤ ਬਹੁਤ ਥੈਂਕ ਯੂ। ਸੋ ਅੱਗੇ ਜਿਵੇਂ ਮੈਂ ਇੱਕ ਸਵਾਲ ਮੇਰੇ ਤੋਂ ਸਕਿਪ ਹੋ ਗਿਆ ਸੀ ਕਿ ਕਾਲ ਆਉਣ ਦੇ ਕਰਕੇ 5 ਜਣਿਆਂ ਦੀ ਗੈਦਰਿੰਗ ਦਾ ਜਿਹੜਾ ਉਹ ਰੱਖਿਆ ਗਿਆ ਸੀ, ਕਿਉਂਕਿ 5 ਜਣਿਆਂ ਤੋਂ ਜ਼ਿਆਦਾ ਜੇ ਕੋਈ ਇਕੱਠੇ ਹੋਣਗੇ ਤਾਂ ਸ਼ਾਇਦ ਟਿਕਟ ਦਾ ਜਿਹੜਾ ਉਹ ਇੱਕ ਸਿਨੈਰੀਓ ਸੀ। ਤਾਂ ਹੁਣ ਅੱਗੇ ਕੋਈ ਇਹਦੇ ਬਾਰੇ ਕੋਈ ਗੈਦਰਿੰਗ ਇਕੱਠੀ ਦੇ ਬਾਰੇ ਜਾਂ 10 ਜਾਂ 15 20 ਦਾ ਕੋਈ ਹੈ ਕੁਛ ਇਸ ਤਰ੍ਹਾਂ ਦਾ? ਹਾਂਜੀ, ਐਕਚੁਅਲੀ ਇਸ ਹਫਤੇ ਅਸੀਂ ਇਹਦੇ ਬਾਰੇ ਅਸੀਂ ਕਾਫੀ ਡਿਸੀਜਨਸ ਲਵਾਂਗੇ। ਮਤਲਬ ਅਸੀਂ ਇਹਦੇ ਬਾਰੇ ਗੱਲ ਕਰਨੀ ਹੈ ਅਸੀਂ ਦੂਸਰੇ ਨਾਲ ਕਾਕਸ ਪੂਰੇ। ਇੱਕ ਵਾਰੀ ਫਿਰ ਮੈਂ ਜ਼ਰੂਰ ਕਹੂੰਗੀ ਜਿਹੜੀ ਵੀ ਅਸੀਂ ਡਿਸੀਜਨਸ ਲਵਾਂਗੇ ਉਹ ਚੀਫ ਮੈਡੀਕਲ ਆਫਿਸਰ ਆਫ ਹੈਲਥ ਦੇ ਸਲਾਹ ਨਾਲ ਲਵਾਂਗੇ। ਇਸ ਕਦੀ ਵੀ ਨਹੀਂ ਅਸੀਂ ਪੋਲੀਟੀਕਲ ਡਿਸੀਜਨ ਕਰਾਂਗੇ, ਕਿਉਂਕਿ ਇਸ ਵੇਲੇ ਲੋਕਾਂ ਦੀ ਜੋ ਹੈਲਥ ਐਂਡ ਸੇਫਟੀ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਬਿਲਕੁਲ। ਤੇ ਇਸ ਕਰਕੇ ਅਸੀਂ ਜੇ ਉਹਨਾਂ ਨੂੰ ਕਹੋਗੇ ਜੇ ਅਸੀਂ 10 ਬੰਦੇ 15 ਬੰਦੇ ਰੱਖਾਂਗੇ ਕੀ ਹੋ ਸਕਦਾ, ਪਰ ਅਸੀਂ ਪੂਰੀ ਜਿਹੜੀ ਡਿਫਰੈਂਟ ਸਿਨੈਰੀਓਜ਼ ਅਸੀਂ ਦੇਖਦੇ ਹਾਂ, ਕਿਉਂਕਿ ਸਭ ਤੋਂ ਵਰਸਟ ਪ੍ਰੋਬਲਮ ਇਹ ਹੋ ਗਏ ਇਫ ਵੀ ਆਲ ਗੈਟ ਸਿਕ। ਜੀ ਮਾਫ ਕਰਨਾ, ਇੱਕ ਕਾਲ ਲੈ ਲਓ ਤੇ ਆਪਾਂ ਫਿਰ ਅੱਗੇ ਗੱਲਬਾਤ ਜਾਰੀ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਤੁਸੀਂ ਥੋੜਾ ਜਿਹਾ ਉੱਚੀ ਬੋਲਿਓ ਜ਼ਰਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰਾ ਨੀਨਾ ਜੀ ਨੂੰ ਸਵਾਲ ਹੈ ਇੱਕ। ਜੀ ਜਿੱਦਾਂ ਹੁਣ ਗਵਰਨਮੈਂਟ ਸਾਰਿਆਂ ਨੂੰ ਫੈਸਿਲਿਟੀ ਦੇ ਰਹੀ ਹੈ $2000 ਦੀ ਜਾਂ ਜਿੰਨਾ ਵੀ ਉਹ ਦੇ ਰਹੇ ਆ ਜੀ, ਇੱਕ ਤਾਂ ਸਿਰਫ 2 3 4 ਜਾਂ ਵੱਧ ਤੋਂ ਵੱਧ 6 ਮੰਥ ਦੇ ਸਕਦੇ ਆ, ਹਨਾ। ਜਿੱਦਾਂ ਮੈਡਮ ਕਹਿ ਰਹੇ ਆ ਵੀ ਸਾਰੇ ਬਿਜ਼ਨੈਸਿਸ ਨੂੰ ਓਪਨ ਕਰਨ ਦੀ ਟਰਾਈ ਕਰ ਰਹੇ ਆ ਜੀ, ਵੀ ਜੌਬ ਮਾਰਕੀਟ ਦਾ ਕੀ ਸਟੇਟਸ ਹੈ ਜਾਂ ਕੀ ਸੋਚ ਰਹੀ ਹੈ ਫੋਰਡ ਗਵਰਨਮੈਂਟ? ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੁਸੀਂ ਆਫ ਦੀ ਏਅਰ ਤੁਸੀਂ ਨੀਨਾ ਜੀ ਤੋਂ ਇਹਦਾ ਜਵਾਬ ਸੁਣ ਲਓ। ਸ਼ੁਕਰੀਆ।
ਸੋ ਉਹਨਾਂ ਦਾ ਸਵਾਲ ਇਹ ਹੈ, ਆਵਾਜ਼ ਥੋੜੀ ਘੱਟ ਸੀ, ਸਵਾਲ ਇਹ ਸੀ ਕਿ ਵੀ ਜਦੋਂ ਹੁਣ 4 ਮੰਥ ਤੱਕ ਜਿਹੜਾ ਇਹ $2000 ਜਿਹੜਾ CERB ਜਿਹੜਾ ਪਲਾਨ ਸ਼ੁਰੂ ਕੀਤਾ ਫੈਡਰਲ ਵੱਲੋਂ, ਤਾਂ ਜੇ ਉਹ ਖਤਮ ਹੋ ਜਾਂਦਾ ਤਾਂ ਜਿਹੜੀ ਜੌਬ ਮਾਰਕੀਟ ਹੈ, ਕਿਉਂਕਿ ਓਨਟਾਰੀਓ ਕਾਫੀ ਵੱਡਾ ਜਿਹੜਾ ਸਾਡਾ ਸੂਬਾ ਹੈਗਾ, ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਵੀ ਹੈ, ਬਹੁਤ ਸਾਰੇ ਹੋਰ ਇਮੀਗ੍ਰੈਂਟਸ ਦੀ ਵੀ ਪਹਿਲੀ ਪਸੰਦ ਹੁੰਦੀ ਹੈ ਇੱਥੇ ਆਉਣਾ, ਤਾਂ ਜਿਹੜੀ ਜੌਬ ਮਾਰਕੀਟ ਦਾ ਕਿਸ ਤਰ੍ਹਾਂ ਦਾ ਹਾਲ ਹੋਏਗਾ? ਕੀ ਸਾਰਿਆਂ ਨੂੰ ਜੌਬ ਮੁਹੱਈਆ ਹੋ ਸਕੇਗੀ? ਇਕੋਨਮੀ ਕਿਸ ਤਰ੍ਹਾਂ ਦੀ ਹੋਏਗੀ? ਹਾਂਜੀ, ਆਪਣੇ ਨੋ ਡਾਊਟ ਆਪਣੀ ਜੋ ਇਕਾਨਮੀ ਉਹ ਸਲੋ ਖੋਲ ਰਹੀ ਹੈ ਤੇ ਜੌਬਸ ਹੌਲੀ ਹੌਲੀ ਮਤਲਬ ਵੱਧ ਰਹੀ ਹੈ। ਪਰ ਗੱਲ ਹੈ ਕਿ ਜਿਹੜੀ CERB ਜੋ ਬੈਨੀਫਿਟ ਮਿਲ ਰਹੀ ਹੈ, ਉਹਦਾ ਜੋ ਫੈਡਰਲ ਗਵਰਨਮੈਂਟ ਹੈ, ਦੇ ਆਰ ਗੋਇੰਗ ਟੂ ਬੀ ਰਿਵਿਊਇੰਗ। ਅਸੀਂ ਉਸ ਟਾਈਮ ਦੇਖਾਂਗੇ ਮਤਲਬ ਆਪਣੇ ਇਕਾਨਮੀ, ਲੋਕਾਂ ਨੂੰ ਕਿੰਨਾ ਜੌਬਸ ਮਿਲ ਗਏ ਤੇ ਹਾਲੇ ਅਨਇੰਪਲੋਇਮੈਂਟ ਰੇਟ ਕਿੰਨਾ ਹਾਈ ਹੈ, ਕਿਉਂਕਿ ਇਸ ਵੇਲੇ ਸਾਨੂੰ ਪਤਾ over 3 ਮਿਲੀਅਨ ਬੰਦੇ ਆਪਣੇ ਜੌਬਸ ਕੱਟ ਗਏ ਕੈਨੇਡਾ ਦੇ ਵਿੱਚ। ਸੋ ਇਟਸ ਅ ਵੈਰੀ ਸੈਡ ਸਟੇਟ ਰਾਈਟ ਨਾਓ, ਪਰ ਇਟਸ ਗੁੱਡ ਇਨ ਦ ਸੈਂਸ ਕਿਉਂਕਿ ਅਸੀਂ ਕਰ ਰਹੇ ਹੈ, ਅਸੀਂ ਸੇਫ ਹੈ ਜੀ। ਸੋ ਜਿੰਨੇ ਵੀ ਪ੍ਰੋਗਰਾਮਸ ਮਤਲਬ ਚਾਹੇ ਪ੍ਰੋਵਿੰਸ਼ੀਅਲ ਜਾਂ ਫੈਡਰਲ ਗਵਰਨਮੈਂਟ, ਉਹ ਸਾਰੇ ਰਿਵਿਊ ਹੁੰਦੇ ਰਹੋਗੇ। ਇਸ ਵੇਲੇ ਜੇ ਤੁਸੀਂ 2000 ਲੈ ਰਹੀ ਹੈ, ਜੇ ਤੁਸੀਂ ਕੰਮ ਤੇ ਜਾ ਰਹੀ ਹੈ ਪਾਰਟ ਟਾਈਮ, ਤੁਸੀਂ $1000 ਤੱਕ ਮਤਲਬ ਅਰਨਿੰਗ ਇਨਕਮ ਕਰ ਸਕਦੇ ਬਿਫੋਰ you have to not claim the next one। ਮਤਲਬ ਇਸ ਵੇਲੇ ਤੁਸੀਂ month to month claim ਕਰ ਰਹੇ ਹੈ। ਠੀਕ। ਸੋ if you are working, ਜੇ ਤੁਸੀਂ 1000 ਤੋਂ ਉੱਪਰ ਕਮਾ ਰਹੇ, ਫਿਰ ਤੁਸੀਂ ਉਹ ਨਹੀਂ ਕੁਆਲੀਫਾਈ ਕਰਾਂਗੇ because you're working ਜੀ। ਕਿਉਂਕਿ ਹਮੇਸ਼ਾ ਇਹ ਵੀ ਸੋਚ ਲਓ this is all taxpayers dollar, ਤੁਹਾਡੇ ਪੈਸੇ ਹੈ, ਰਾਈਟ? ਸੋ we have to make sure this is a time ਜਦੋਂ ਅਸੀਂ ਟੈਕਸਿਸ ਪੇ ਕਰ ਰਹੇ ਹਾਂ ਤੇ ਜਿੰਨੇ ਪੈਸੇ ਗਵਰਨਮੈਂਟ ਕੋਲ ਹੈਗੇ, ਅਸੀਂ ਮਤਲਬ ਲੋਕਾਂ ਨੂੰ ਹੈਲਪ ਕਰ ਸਕਦੇ। this is why it's very important ਅਸੀਂ ਟੈਕਸ ਕਲੈਕਟ ਕਰ ਰਹੇ ਹਾਂ। ਬਿਲਕੁਲ। but at the same time unlimited funds ਤੇ ਨਹੀਂ ਹੈਗੇ, but ਅਸੀਂ ਜੋ ਵੀ ਕਰਾਂਗੇ ਸੋਚ ਸਮਝ ਕੇ ਕਰਾਂਗੇ to help people। ਕਿਉਂਕਿ ਜੇ for example 3 ਮਿਲੀਅਨ ਜੌਬ ਜਿੱਦਾਂ ਚਲੇ ਗਏ, ਜੇ ਸਿਰਫ 5 ਲੱਖ ਬੰਦੇ ਨੂੰ ਜੌਬ ਮਿਲ ਗਏ end of June ਤੱਕ, then this is a problem। so we need to look at programs, revisit ਕਰਾਂਗੇ programs ਕਿਸ ਤਰ੍ਹਾਂ ਹੈਗੇ। ਅਸੀਂ ਵੈਸੇ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਬਿਜ਼ਨੈਸਿਸ ਵਾਸਤੇ WSIB ਪ੍ਰੀਮੀਅਮ, ਉਹ ਅਸੀਂ ਡਿਫਰ ਕਰ ਦਿੱਤਾ ਤੇ ਐਂਡ ਵੈਸੇ ਅਸੀਂ ਰਿਡਿਊਸ ਕਰ ਦਿੱਤਾ ਬਿਜ਼ਨੈਸਿਸ ਵਾਸਤੇ। ਸੋ ਉਹ ਮਤਲਬ that gives more money to them that they can pass on to their employees। so that was something। ਜਿਹੜੀ HST ਹੈ ਉਹ ਅਸੀਂ ਮਤਲਬ ਡਿਫਰ ਵੀ ਕਰ ਚੁੱਕੇ, ਜੇ ਬਿਜ਼ਨੈਸਿਸ ਕਲੈਕਟ ਕਰੇ HST, they don't have to pay that yet। ਤੇ ਫੈਡਰਲ ਗਵਰਨਮੈਂਟ ਤੇ ਵੀ ਇਸ ਤਰ੍ਹਾਂ ਕਾਫੀ ਪ੍ਰੋਗਰਾਮਸ ਹੈਗੇ, ਜਿੱਦਾਂ ਅਸੀਂ ਮਿਊਨਿਸਪੈਲਿਟੀਜ਼ ਨੂੰ ਇਹ ਵੀ ਦੇ ਦਿੱਤਾ, ਜੇ ਤੁਸੀਂ ਪ੍ਰੋਪਰਟੀ ਟੈਕਸ ਪੇ ਕਰ ਰਹੇ, you can defer the property taxes as well। ਤੇ ਇਹ ਵੀ ਮੈਂ ਜ਼ਰੂਰ ਤੁਹਾਨੂੰ ਦੱਸਾਂਗੇ, even though ਜੇ ਤੁਸੀਂ ਰੈਂਟ ਦੇ ਰਹੇ ਆਪਣੇ ਲੈਂਡਲੋਰਡ, ਉਹਨਾਂ ਨੂੰ ਫਿਰ ਵੀ ਮੌਰਗੇਜ ਪੇ ਕਰਨਾ ਪੈਣਾ। ਤੇ ਕਈ ਲੋਕੀ ਸੋਚਦੇ ਉਹ ਤੁਹਾਨੂੰ ਇਵਿਕਟ ਨਹੀਂ ਕਰ ਸਕਦੇ ਤੇ ਤੁਹਾਨੂੰ ਰੈਂਟ ਪੇ ਕਰਨ ਦੀ ਲੋੜ ਨਹੀਂ, ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸਾਂਗੇ, ਜੇ ਤੁਸੀਂ ਅੱਜ ਰੈਂਟ ਨਹੀਂ ਦੇ ਰਹੀ ਹੈ ਤਾਂ ਤੁਹਾਨੂੰ ਕੱਲ ਫਿਰ ਵੀ ਦੇਣਾ ਪੈਣਾ। ਜੇ ਤੁਹਾਨੂੰ ਇਨਕਮ ਆ ਰਹੀ ਹੈ, ਪਲੀਜ਼ pay your rent, or ਆਪਣੀ ਲੈਂਡਲੋਰਡ ਨਾਲ ਗੱਲ ਕਰਕੇ ਥੋੜੇ ਪੇ ਕਰੋ, but don't just say ਮੈਨੂੰ ਰੈਂਟ ਦੇਣ ਦੀ ਲੋੜ ਨਹੀਂ, ਮਾਫ ਨਹੀਂ ਹੈਗੇ ਜੀ, ਤੁਹਾਨੂੰ ਰੈਂਟ ਫਿਰ ਵੀ ਦੇਣਾ ਪੈਣਾ, ਚਾਹੇ ਅਗਲੇ ਮਹੀਨੇ ਚਾਹੇ 4 ਮਹੀਨੇ। ਉਹ ਵੀ ਤਾਂ ਜਿਹੜਾ ਲੈਂਡਲੋਰਡ ਵੱਲੋਂ ਤਾਂ ਕੁਝ ਮਹੀਨਿਆਂ ਲਈ ਡੈਫਰਲ ਕੀਤਾ ਜਾ ਸਕਦਾ ਹੈ, ਲੇਕਿਨ ਦੇਣਾ ਪੈਣਾ ਯਾਰ। ਮਤਲਬ ਅਸੀਂ ਉਹਨਾਂ ਨੂੰ ਹੈਲਪ ਕੀਤਾ ਕਿਉਂਕਿ ਉਹਨਾਂ ਦੀ ਮੌਰਗੇਜ ਥੋੜੀ ਜਿਹੀ ਬਹੁਤਾ ਡਿਫਰ ਹੋਈ ਹੈ, ਇਸ ਕਰਕੇ ਤੁਹਾਡੇ ਰੈਂਟ ਮਤਲਬ ਡਿਫਰ ਕਰ ਸਕਦੇ, but it's ਐਂਡ ਰਿਜ਼ਲਟ ਤੇ ਉਹਨਾਂ ਵੀ ਮੌਰਗੇਜ ਪੇ ਕਰਨਾ ਪੈਣਾ, ਤੁਹਾਨੂੰ ਵੀ ਆਪਣੀ ਰੈਂਟ ਪੇ ਕਰਨਾ ਪੈਣਾ। ਸੋ ਪਲੀਜ਼ ਜੇ ਤੁਸੀਂ ਥੋੜ੍ਹੀ ਜਿਹੀ ਵੀ ਕਰ ਸਕਦੇ, ਗਿਵ ਯੋਰ ਲੈਂਡਲੋਰਡਸ ਦੇਅਰ ਰੈਂਟ, ਚਾਹੇ ਤੁਸੀਂ ਕਮਰਸ਼ੀਅਲ ਟੈਨੈਂਟ ਜਾਂ ਤੁਸੀਂ ਰੈਜ਼ੀਡੈਂਸ਼ੀਅਲ ਟੈਨੈਂਟ ਹੈ ਜੀ। ਅੱਗੇ ਮੇਰੇ ਕੋਲ ਸਵਾਲ ਇਹ ਹੈ ਕਿ ਜਿਹੜੇ ਟੈਕਸੀ ਡਰਾਈਵਰਸ ਦੇ ਵਿੱਚ, ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਵੀ ਫਸਟ ਰਿਸਪੌਂਡਰ ਤੇ ਜਾਂ ਫਿਰ ਜਿਹੜੇ ਫਰੰਟ ਲਾਈਨ ਵਰਕਰ ਹੈ, ਤਾਂ ਮੈਨੂੰ ਲੱਗਦਾ ਵੀ ਜਿਹੜੇ ਟੈਕਸੀ ਡਰਾਈਵਰ ਹੈ, ਇਹਨਾਂ ਦੇ ਵੀ ਬਹੁਤ ਇੱਕ ਡੇਂਜਰਸ ਜਿਹੜੀ ਜੌਬ ਹੈਗੀ ਆ ਕਿ ਇੱਕ ਦੂਜੇ ਨੂੰ ਛੱਡ ਕੇ ਆਉਣਾ, ਲੇਕਿਨ ਉਹ ਕਿਸ ਤਰ੍ਹਾਂ ਦਾ ਹੋ ਸਕਦਾ, ਬੰਦਾ ਕਿਸੇ ਨੂੰ ਕੁਛ ਨਹੀਂ ਪਤਾ ਕਿ ਉਹਨੂੰ ਸ਼ਾਇਦ ਕੋਵਿਡ ਵੀ ਹੋਵੇ। ਤਾਂ ਜਿੱਥੇ ਹੋਰ ਜਿਹੜੇ ਫਰੰਟ ਲਾਈਨਰ ਜਿਹੜੇ ਵਰਕਰਸ ਹੈਗੇ ਆ, ਉਹਨਾਂ ਦੀਆਂ ਪੇ ਦੇ ਵਿੱਚ ਇਨਕਰੀਜ਼ ਹੋਇਆ, ਚਾਹੇ $4 ਹੋਇਆ ਜਾਂ ਹੋਰ ਵੀ ਹੋ ਸਕਦਾ, ਤਾਂ ਜਿਹੜੇ ਟੈਕਸੀ ਡਰਾਈਵਰ ਆ, ਜਿਵੇਂ ਉਹਨਾਂ ਦੇ ਇੱਕ ਪਿੱਛੇ ਜੇ ਇਹ ਵੀ ਮਸਲਾ ਆਇਆ ਸੀ ਕਿ ਜਿਹੜੇ ਉਹਨਾਂ ਦਾ ਪਰਮਿਟ ਦੇ ਕੋਈ ਰੈਂਟ ਹੁੰਦੇ ਨੇ ਜਾਂ ਕੁਛ, ਉਹਦੇ ਵਿੱਚ ਵੀ ਕੋਈ ਡੈਫਰ ਨਹੀਂ ਕੀਤਾ ਗਿਆ ਜਾਂ ਵੇਵ ਨਹੀਂ ਕੀਤਾ ਗਿਆ, ਉਹ ਵੀ ਹਜੇ ਮਸਲਾ ਚੱਲ ਰਿਹਾ। ਤੇ ਇਹਦੇ ਨਾਲ ਕੋਈ ਤੁਹਾਡੇ ਕੋਲ ਅਪਡੇਟ ਹੈ ਕਿ ਤੁਹਾਡੀ ਗੌਰਮੈਂਟ ਇਨ ਟੈਕਸੀ ਡਰਾਈਵਰਸ ਜਾਂ ਟੈਕਸੀ ਮਾਰਕੀਟ ਦੇ ਨਾਲ ਰਿਲੇਟਡ ਜਿੰਨੇ ਵੀ, ਕਿਉਂਕਿ ਸਾਡੇ ਪੰਜਾਬੀ ਕਮਿਊਨਿਟੀ ਦੇ ਬਹੁਤ ਸਾਰੇ ਭਾਈਚਾਰਾ ਟੈਕਸੀ ਨਾਲ ਰਿਲੇਟਡ ਹੈਗੇ, ਤਾਂ ਕੋਈ ਉਹਨਾਂ ਲਈ ਕੋਈ ਖਾਸ ਸੁਵਿਧਾ ਜਾਂ ਸਹਾਇਤਾ ਦਿੱਤੀ ਜਾ ਰਹੀ ਹੈ? ਹਾਂਜੀ, ਸਭ ਤੋਂ ਪਹਿਲੇ ਮੈਂ ਆਪਣੇ ਟੈਕਸੀ ਡਰਾਈਵਰਸ ਨੂੰ, ਕਿਉਂਕਿ ਬਹੁਤ ਜਣੇ ਮੇਰੇ ਫਰੈਂਡਸ ਹੈ, ਅਸੀਂ ਰੋਜ਼ ਸੁਣਦੇ ਹੈ ਉਹਨਾਂ ਦੀ, ਮਤਲਬ ਬਹੁਤ ਡੇਂਜਰਸ ਹੈ, ਕਿਉਂਕਿ
ਸਪੈਸ਼ਲੀ ਜਿਹੜੀ ਲੋਕੀ ਬਾਹਰੋਂ ਆ ਰਹੇ ਆ 에어ਪੋਰਟ ਤੇ ਜਾ ਕੇ ਤੁਹਾਡੇ ਨਾਲ ਹੀ ਘਰ ਜਾ ਰਹੇ ਆ ਤੇ ਯੂ ਡੋਨਟ ਨੋ ਉਹਨਾਂ ਨੂੰ ਕੁਛ ਹੈਗੇ ਕਿ ਨਹੀਂ, ਇਫ ਦੇਵ ਗਾਟ COVID-19 ਉਹ ਵੈਸੇ ਵੀ ਕੋਈ ਬਿਮਾਰ ਹੋ ਸਕਦੇ, ਨਾ ਜ਼ਰੂਰੀ ਹੈ ਇਸ ਬਿਮਾਰੀ ਨਹੀਂ। ਐਂਡ ਅਨਫੋਰਚੂਨਟਲੀ ਅਸੀਂ ਹੁਣ ਦੇਖ ਵੀ ਲਏ few of them have passed away. It's a very very sad situation. ਅਸੀਂ ਤੁਹਾਨੂੰ ਬਹੁਤ ਬੇਨਤੀ ਕਰ ਰਹੇ, ਜੇ ਤੁਸੀਂ ਹੁਣ ਗੱਡੀ ਚਲਾ ਵੀ ਰਹੀ ਹੈ ਪਲੀਜ਼ ਆਪਣੀ ਗਲਵਸ ਮਾਸਕ ਜ਼ਰੂਰ ਪਾਓ, keep sanitizer with you, keep Lysol spray ਜੋ ਵੀ ਹੈਗੇ wipes ਵਗੈਰਾ with you, because ਤੁਹਾਡੀ ਸੇਫਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਸ ਤਰ੍ਹਾਂ ਸਾਡਾ ਫਰਸਟ ਰਿਸਪੌਂਡਰਸ ਅਸੀਂ ਪੈਰਾਮੈਡਿਕਸ ਜੋ ਵੀ PSWs ਨਰਸਿਸ ਡਾਕਟਰਸ ਅਸੀਂ ਉਹਨਾਂ ਦੀ ਬਹੁਤ ਰੋਜ਼ ਜਿੱਦਾਂ ਧੰਨਵਾਦੀ ਕਰ ਰਹੇ ਹਾਂ, ਅਸੀਂ ਉਹਨੂੰ ਹੀ ਜ਼ਿਆਦਾ ਤੁਹਾਡੇ ਵੀ ਧੰਨਵਾਦੀ ਕਰਨਾ ਚਾਹੁੰਦੇ ਕਿਉਂਕਿ ਯੂ ਆਰ ਰੀਅਲੀ ਪਲੇਇੰਗ ਸੱਚ ਐਨ ਇੰਪੋਰਟੈਂਟ ਰੋਲ। ਮੈਨੂੰ ਇਹ ਵੀ ਯਾਦ ਹੈ ਜਦੋਂ ਪਬਲਿਕ ਹੈਲਥ ਅਥਾਰਟੀਜ਼ ਇਹ ਵੀ ਕਹਿ ਰਹੀ ਸੀ ਜੇ ਤੁਸੀਂ ਠੀਕ ਨਹੀਂ ਫੀਲ ਕਰਨਾ ਆਪਣੀ ਗੱਡੀ ਨਾ ਲੈ ਕੇ ਜਾਓ, ਟੈਕਸੀ ਲੈ ਕੇ ਜਾਓ, ਰਾਈਟ, ਐਂਡ ਤੁਸੀਂ ਨਾ ਨਹੀਂ ਕੀਤੇ, ਤੁਸੀਂ ਫਿਰ ਵੀ ਉਹਨਾਂ ਨੂੰ ਲੈ ਕੇ ਗਏ ਆਪਣੇ ਰਿਸਕ ਲੈ ਕੇ। ਸੋ really we do thank you very very much for that। ਅਸੀਂ ਤੁਹਾਡੇ ਬਹੁਤ ਧੰਨਵਾਦੀ ਹੈ ਤੇ ਤੁਹਾਡੇ ਵੈਸੇ ਵੀ ਕੰਮ I know over the last few years has been very very difficult ਕਿਉਂਕਿ Uber ਵੀ ਆਏ, Lyft ਵੀ ਆਏ, ਉਹ ਵੀ ਉਹਦੇ ਕਰਕੇ ਵੀ ਤੁਹਾਡੇ ਕੰਮ ਮਤਲਬ ਕਾਫੀ ਘੱਟ ਗਏ। ਅੱਜ Uber ਵੀ ਦੱਸ ਦਿੱਤਾ ਤੇ laying off lots of people। ਵੈਸੇ ਲੋਕੀ ਟਰੈਵਲ ਨਹੀਂ ਕਰ ਰਹੇ ਇਸ ਕਰਕੇ ਟੈਕਸੀਜ਼ ਵੀ ਬਹੁਤ ਘੱਟ ਮਤਲਬ ਰੋਡ ਤੇ ਹੈ। It will pick up, it's going to pick up as long as ਅਸੀਂ ਸਾਰੇ safe ਵੀ ਹੈਗੇ, we are able to get back to work, the taxi industry will pick up again। ਪਰ ਸਭ ਤੋਂ ਪਹਿਲੇ ਤੁਹਾਡੀ ਸੇਫਟੀ ਇੰਪੋਰਟੈਂਟ ਹੈ, ਪਲੀਜ਼ ਆਪਣੀ ਖਿਆਲ ਰੱਖੋ। And on behalf of Doug Ford, our entire caucus, all of the governments at all levels, we really want to thank you ਕਿਉਂਕਿ ਤੁਹਾਡੇ ਬਹੁਤ critical ਕੰਮ ਹੈ। ਜੀ, ਸੋ ਇੱਕ ਨਾਲ ਜੁੜਦਾ ਹੋਰ ਸਵਾਲ ਇਹ ਹੈ ਕਿ ਇਹ COVID-19 ਤੋਂ ਪਹਿਲਾਂ ਜਿਹੜਾ ਡਗ ਫੋਰਡ ਹੋਰਾਂ ਦੀ ਜਾਂ ਪੀਸੀ ਪਾਰਟੀ ਦਾ ਇੱਕ ਮੁਹਾਂਦਰਾ ਸੀਗਾ ਉਹ ਕਾਫੀ ਥੱਲੇ ਜਿਹੜਾ ਗ੍ਰਾਫ ਜਾਂਦਾ ਨਜ਼ਰ ਆ ਰਿਹਾ ਸੀ, ਪਰ ਇਹ COVID-19 ਦੇ ਦੌਰਾਨ ਡਗ ਫੋਰਡ ਹੋਰਾਂ ਨੇ ਜਿਹੜੀ ਲੋਕਪ੍ਰਿਯਤਾ ਹਾਸਲ ਕੀਤੀ ਹੈ ਤੇ ਅੱਗੇ ਉਸ ਨੂੰ ਬਰਕਰਾਰ ਰੱਖ ਲੈਣਗੇ ਜਾਂ ਤੁਹਾਨੂੰ ਲੱਗਦਾ ਕਿ ਜਿਵੇਂ ਹੁਣ ਤੁਹਾਡੇ ਤੋਂ ਪੂਰੀ ਪ੍ਰੋਵਿੰਸ ਦੇ ਵਿੱਚ ਲੋਕ ਖੁਸ਼ ਨੇ ਤਾਂ ਕੀ ਇਸ ਖੁਸ਼ੀ ਨੂੰ ਲੋਕਾਂ ਵੱਲੋਂ ਜਾਂ ਤੁਹਾਡੇ ਵੱਲੋਂ ਉਹ ਰਲ ਮਿਲ ਕੇ ਮੇਨਟੇਨ ਕੀਤਾ ਜਾ ਸਕਦਾ? ਬਹੁਤ ਅੱਛੇ ਸਵਾਲ ਹੈ। ਦੇਖੋ ਡਗ ਫੋਰਡ ਮੈਨੂੰ ਜਾਣਦੇ ਨੂੰ ਕਾਫੀ ਸਾਲ ਹੋ ਗਏ। ਐਨੀਵਨ ਹੂ ਗੈਟਸ ਟੂ ਨੋ ਹਿਮ ਤੁਹਾਨੂੰ ਪਤਾ ਲੱਗੇ ਹੀ ਇਜ਼ ਅ ਰੀਅਲ ਐਵਰੀਡੇ ਪਰਸਨ। ਉਹ ਉਹਨਾਂ ਦੀ ਜੋ ਸੋਚ ਹੈ ਬਿਲਕੁਲ ਆਪਣੇ ਵਰਗੀ ਹੈ। ਐਂਡ ਹੀ ਇਜ਼ ਟੇਕਨ ਪੋਲਿਟਿਕਸ ਆਊਟ ਆਫ ਦਿਸ ਕਿਉਂਕਿ ਇਸ ਵੇਲੇ ਮੈਂ ਵੈਸੇ ਸਾਰਾ ਲੈਵਲਸ ਆਫ ਗਵਰਨਮੈਂਟ ਮੈਂ ਬਹੁਤ ਧੰਨਵਾਦੀ ਕਰਨਾ ਚਾਹੁੰਦੀ ਬਿਕਾਜ਼ ਵੀ ਆਰ ਵਰਕਿੰਗ ਵੈਰੀ ਵੈਲ ਟੁਗੇਦਰ, ਚਾਹੇ ਮਿਊਨਿਸਪਲ, ਰੀਜਨਲ, ਪ੍ਰੋਵਿੰਸ਼ੀਅਲ ਐਂਡ ਫੈਡਰਲ। ਤੇ ਉਹਨਾਂ ਦੀ ਜਿੱਦਾਂ ਰੋਜ਼ ਗੱਲ ਹੁੰਦੀ ਕ੍ਰਿਸਟੀ ਫਰੀਲੈਂਡ ਨਾਲ ਡੈਪੂਟੀ ਪ੍ਰਾਈਮ ਮਿਨਿਸਟਰ ਦੇ ਨਾਲ ਕਾਫੀ ਅਸੀਂ ਮਿਲ ਰੱਖ ਕੇ ਗੱਲ ਕਰੀ ਕਿਉਂਕਿ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਜੋ ਸਾਨੂੰ ਪਤਾ ਹੈ ਕਾਫੀ ਮਤਲਬ ਡਿਮਾਂਡ ਹੈ, ਸ਼ੋਰਟੇਜ ਹੈ, ਉਹਦੇ ਬਾਰੇ ਅਸੀਂ ਗੱਲ ਕਰਦੇ ਰਹਿੰਦੇ ਕਿਉਂਕਿ 40% ਪੋਪੂਲੇਸ਼ਨ ਤਾਂ ਸਾਡੇ ਇੱਥੇ ਹੈ। ਸੋ ਵੀ ਵਾਂਟ ਟੂ ਮੇਕ ਸ਼ੋਰ ਵੀ ਹੈਵ ਆਵਰ ਸਪਲਾਈ। ਪਰ ਡਗ ਫੋਰਡ ਜੋ ਵੀ ਹੈਗੇ ਜੋ ਵੀ ਕਰਦਾ ਹੀ ਇਜ਼ ਸ਼ੋਇੰਗ ਟਰੂ ਲੀਡਰਸ਼ਿਪ and this is the real person who he is। and ਜਿਸ ਤਰ੍ਹਾਂ ਮੈਂ ਪਹਿਲੇ ਕਹਿ ਰਹੀ ਹਾਂ ਅਸੀਂ decisions political based ਤੇ ਬਿਲਕੁਲ ਨਹੀਂ ਬਣਾ ਰਹੇ ਹਾਂ, we're doing them for the health and safety of you and to make sure ਜੋ ਵੀ ਅਸੀਂ decisions ਕਰਾਂਗੇ ਆਪਣੇ businesses ਜੋ ਖੋਲਾਂਗੇ ਹੌਲੀ ਹੌਲੀ ਖੋਲਾਂਗੇ। it's been a bad time for businesses and ਕਈ ਜਗ੍ਹਾ ਲੋਕ ਸਾਨੂੰ ਕਹਿ ਰਹੇ ਜਲਦੀ ਖੋਲੋ, ਕਈ ਕਹਿ ਰਹੇ ਬਿਲਕੁਲ ਨਾ ਖੋਲ। ਸੋ ਵੀ ਆਰ ਟ੍ਰਾਈਂਗ ਟੂ ਹੈਵ ਅ ਹੈਪੀ ਮੀਡੀਅਮ ਇਨ ਦੇਅਰ। ਤੁਹਾਡੀ ਕਾਲਸ ਜਿਹੜੀਆਂ ਡ੍ਰੌਪ ਹੋ ਰਹੀਆਂ ਮਾਫ ਕਰਨਾ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਤੇ ਅੱਗੇ ਨੀਨਾ ਟਾਂਗਰੀ ਜੀ, ਜਿਵੇਂ ਡਗ ਫੋਰਡ ਹੋਰਾਂ ਦੀ ਜਾਂ ਪੀਸੀ ਪਾਰਟੀ ਦਾ ਜਿਹੜਾ ਮੁਹਾਂਦਰਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੰਗਾ ਬਣਿਆ ਹੋਇਆ, ਇਹਦੇ ਬਾਰੇ ਤਾਂ ਚਲੋ ਆਪਾਂ ਨੂੰ ਕਲੀਅਰ ਹੋ ਗਿਆ ਕਿ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਇਸ ਚੀਜ਼ ਨੂੰ ਬਰਕਰਾਰ ਰੱਖਿਆ ਜਾਵੇ। ਲਿਬਰਲ ਇੱਕ ਮਾਫ ਕਰਨਾ ਕਾਲ ਲੈ ਲਈ, ਫਿਰ ਉਸ ਤੋਂ ਬਾਅਦ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਜੀ ਹੈਲੋ, ਮੇਰਾ ਸਵਾਲ ਹੈ ਜੀ ਨੀਨਾ ਟਾਂਗਰੀ ਜੀ ਵਾਸਤੇ। ਜੀ ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਜਿਵੇਂ ਅਸੀਂ ਕੰਟਰੈਕਟਰ ਹੈਗੇ ਆ ਜੀ ਤੇ ਸਾਨੂੰ ਬੜੀ ਕਨਫਿਊਜ਼ਨ ਹੈ, ਕੋਈ ਸਿਟੀ ਕੁਝ ਰੂਲ ਦੱਸਦੀ ਹੈ, ਮਤਲਬ ਪੀਲ ਦੇ ਵਿੱਚ ਹੀ ਮਿਸਾਗਾ ਕੁਝ ਦੱਸਦੀ ਹੈ, ਬਰੈਂਪਟਨ ਕੁਝ ਦੱਸਦੀ ਹੈ ਕਿ ਸਾਡੀਆਂ ਹੋ ਸਕਦੀਆਂ ਅਸੀਂ ਬੁਲਾ ਸਕਦੇ ਹਾਂ ਇੰਸਪੈਕਟਰਾਂ ਨੂੰ ਸਾਈਟ ਤੇ ਕਿ ਨਹੀਂ ਬੁਲਾ ਸਕਦੇ। ਹਰ ਸਿਟੀ ਵੱਖੋ ਵੱਖ ਦੱਸ ਰਹੀ ਹੈ ਤੇ ਇਹ ਸਾਡੇ ਵਾਸਤੇ ਬੜੀ ਕਨਫਿਊਜ਼ਨ ਹੈ, ਇਹ ਕਿਵੇਂ ਸੋਲਵ ਹੋ ਸਕਦੀ ਹੈ? ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਫ ਦੀ ਏਅਰ ਸੁਣ ਲਓ। ਸੋ ਉਹਨਾਂ ਦਾ ਜਿਹੜਾ ਸਵਾਲ ਹੈ ਸਿਟੀ ਨਾਲ ਰਿਲੇਟਡ ਹੈ, ਕੰਸਟਰਕਸ਼ਨ ਜਾਂ ਕਹਿ ਲਓ ਕਿ ਬੇਸਮੈਂਟਸ ਨਾਲ ਰਿਲੇਟਡ ਹੈ ਕਿ ਮਿਸੀਸਾਗਾ ਦੀ ਸਿਟੀ ਹੈ ਜਾਂ ਕੈਲੇਡਨ ਹੈ, ਬਰੈਂਪਟਨ ਹੈ,
ਮਾਫ ਕਰਨਾ ਮਿਲਟਨ ਹੈ ਜਾਂ ਉਹ ਜਿੰਨੇ ਵੀ ਸਿਟੀਜ਼ ਨਾਲ ਰਿਲੇਟਡ ਆਪਾਂ ਗੱਲ ਕਰ ਰਹੇ ਆ ਕਿ ਅਲੱਗ-ਅਲੱਗ ਉਹਨਾਂ ਦਾ ਇੱਕ ਮਿਆਰ ਰੱਖਿਆ ਗਿਆ ਕਿ ਕੁਝ ਬਰੈਂਪਟਨ ਵਾਲੇ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਅਸੀਂ ਬੇਸਮੈਂਟ ਨਹੀਂ ਪਾਸ ਕਰਾਂਗੇ, ਮਿਸੀਸਾਗਾ 'ਚ ਕਹਿੰਦੇ ਮਤਲਬ ਅਲੱਗ-ਅਲੱਗ ਹੈ ਤੇ ਇਹਦੇ ਬਾਰੇ ਕਨਫਿਊਜ਼ਨ ਬਣੀ ਰਹਿੰਦੀ ਆ ਜਦੋਂ ਕਿ ਕੰਸਟਰਕਸ਼ਨ ਵਰਕਰ ਨੇ ਮਿਸੀਸਾਗਾ 'ਚ ਵੀ ਜਾਣਾ, ਕੈਲਡਨ ਵੀ ਜਾਣਾ, ਮਿਲਟਨ ਵੀ ਜਾਣਾ, ਬਰੈਂਪਟਨ ਵੀ ਜਾਣਾ, ਵੌਨ ਵੀ ਜਾਣਾ, ਤਾਂ ਉਹ ਕਿਵੇਂ ਕਿ ਇਸ ਚੀਜ਼ ਨੂੰ ਹੈਂਡਲ ਕੀਤਾ ਜਾ ਸਕਦਾ? ਹਾਂਜੀ, ਬਹੁਤ ਅੱਛੇ ਸਵਾਲ ਹੈ। ਮੈਂ ਬਹੁਤ ਸੁਣ ਚੁੱਕੇ ਆਪਣੇ ਕੰਟਰੈਕਟਰਸ ਤੋਂ ਵੀ ਤੇ ਈਵਨ ਜੋ ਲੋਕ ਜਿਸ ਫॉर ਐਗਜ਼ਾਮਪਲ ਅੱਜ ਮਿਸੀਸਾਗਾ ਰਹਿ ਰਹੀ ਹੈ, ਕੱਲ ਬਰੈਂਪਟਨ 'ਚ ਮੂਵ ਹੋ ਰਹੀ ਹੈ ਜਾਂ ਮਿਲਟਨ 'ਚ ਮੂਵ ਹੋ ਰਹੀ ਹੈ, ਉਹਨਾਂ ਨੂੰ ਮਾਫ ਕਰਨਾ ਨੀਨਾ ਜੀ, ਕਾਲਸ ਕਾਫੀ ਆ ਰਹੀਆਂ ਔਰ ਲੋਕਾਂ ਦੇ ਸਵਾਲ ਹੈ ਜਿਹੜੇ ਤੁਹਾਡੇ ਤੱਕ ਪਹੁੰਚਦੇ ਹੋ ਜਾਣ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੋਈ ਸਵਾਲ ਨਹੀਂ ਹੈਗਾ, ਮੇਰਾ ਤਾਂ ਇੱਕ ਰਿਕੁਐਸਟ ਜਾਂ ਸੁਜੈਸ਼ਨ ਹੈ ਚੈਨਲ ਨੂੰ ਵੀ ਤੇ ਮੈਡਮ ਨੂੰ ਵੀ। ਜੀ ਮੈਂ ਪਹਿਲਾਂ ਵੀ ਕਾਲ ਕੀਤੀ ਸੀ, ਸੌਰੀ। ਮੈਂ ਤਾਂ ਇਹ ਸੁਜੈਸਟ ਕਰਨਾ ਚਾਹੂੰਗੀ ਜਿੱਦਾਂ ਅੱਜ ਕੱਲ ਇੰਨੀ ਜ਼ਿਆਦਾ ਇਨਫੋਰਮੇਸ਼ਨ ਫਲੋ ਹੋ ਰਹੀ ਆ ਜੀ, ਇਟਸ ਬੈਟਰ ਜੇ ਮੈਮ ਮੰਥ ਦੇ ਵਿੱਚ ਇੱਕ ਵਾਰ ਆ ਕੇ ਥੋੜਾ ਬਹੁਤ ਅਪਡੇਟ ਦੇ ਸਕਣ ਆਪਣੇ ਬਿਜ਼ੀ ਸਕੈਜੂਲ ਚੋਂ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਔਰ ਸੁਝਾਅ ਦੇਣ ਦੇ ਲਈ, ਥੈਂਕ ਯੂ ਤੁਹਾਡਾ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਨੀਨਾ ਜੀ, ਕੋਈ ਸਵਾਲ ਨਹੀਂ ਹੈ, ਉਹਨਾਂ ਦਾ ਸੁਝਾਅ ਹੈ ਕਿ ਇੱਕ ਮੰਥ ਦੇ ਵਿੱਚ ਇੱਕ ਵਾਰੀ ਤੁਸੀਂ ਸਾਡੇ ਚੈਨਲ 'ਤੇ ਆ ਕੇ ਜੋ ਰਿਲੇਟਡ ਪ੍ਰੋਵਿੰਸ ਨਾਲ ਰਿਲੇਟਡ ਕੁਝ ਮਸਲੇ ਨੇ ਉਹਨਾਂ ਦੀ ਅਪਡੇਟ ਇੱਕ ਵਾਰ ਦੇ ਦਿਆ ਕਰੋ। ਜ਼ਰੂਰ ਡੈਫੀਨਿਟਲੀ। ਤਾਂ ਉਹ ਇਹਨਾਂ ਦਾ ਇੱਕ ਅਪੀਲ ਕੀਤੀ ਗਈ ਹੈ। ਚਾਹੀਦਾ ਵੀ ਆਪਾਂ ਨੂੰ। ਜੀ, ਸੋ ਆਪਾਂ ਕਰ ਰਹੇ ਸੀ ਸਿਟੀਜ਼ ਨਾਲ ਰਿਲੇਟਡ ਕਿ ਕੰਟਰੈਕਟਰ ਜਿਹੜੇ ਕਨਫਿਊਜ਼ ਰਹਿੰਦੇ ਆ ਕਿ ਵੀ ਉਹ ਕਿਸ ਤਰ੍ਹਾਂ ਦੇ ਮਾਪਦੰਡ ਨੂੰ ਰੱਖਣ ਕਿ ਬਰੈਂਪਟਨ ਦੇ ਵਿੱਚ ਕੁਝ ਹੋਰ ਹੈ, ਮਿਸੀਸਾਗਾ 'ਚ ਹੋਰ ਹੈ, ਮਿਲਟਨ 'ਚ ਕੁਝ ਹੋਰ ਹੈ, ਤਾਂ ਉਹ ਕਿਵੇਂ ਇੱਕ ਦੂਜੇ ਨੂੰ ਮਤਲਬ ਰਾਬਤਾ ਕਰ ਸਕਦੇ? ਹਾਂਜੀ, ਬਹੁਤ ਜ਼ਿਆਦਾ ਪ੍ਰੋਬਲਮਸ ਹੈਗੇ ਕਿਉਂਕਿ ਕੰਟਰੈਕਟ ਤੇ ਬਾਅਦ ਦੀ ਗੱਲ ਹੈ, ਉਸ ਤੋਂ ਪਹਿਲੇ ਪਰਮਿਟਸ ਦੀ ਗੱਲ ਕਰ। ਸੋ ਪਰਮਿਟ ਦੇਣ ਲਈ ਐਵਰੀ ਸਿਟੀ ਮਿਊਨਿਸਪੈਲਿਟੀ ਡਿਫਰੈਂਟ ਹੈ, ਕੋਈ ਫਾਸਟ ਹੈ, ਕੋਈ ਤੰਗ ਵੀ ਬਹੁਤ ਕਰਦੇ ਹੈ। ਯੂ ਨੋ ਵੀ ਹੀਅਰ ਫਰਮ ਕੰਟਰੈਕਟਰਸ ਆਲ ਦ ਟਾਈਮ ਜਿਹੜੀ ਜਿਹਨੇ ਦੀ ਕਾਰ ਹੈਗੀ ਉਹ ਤੇ ਜਿਵੇਂ ਬੇਸਮੈਂਟ ਬਣਾਉਣੀ ਹੈ, ਸੈਪਰੇਟ ਐਂਟਰੈਂਸ ਬਣਾਉਣੀ ਹੈ, ਲੀਗਲ ਬਣਾਉਣੀ ਹੈ ਬੇਸਮੈਂਟ, ਉਹਨਾਂ ਨੂੰ ਬਹੁਤ ਇੱਕ ਟਾਈਮ ਵੇਟ ਕਰਨਾ ਪੈਂਦਾ ਹੈ। ਇੱਕ ਤੇ ਕੰਟਰੈਕਟਰ ਕਈ ਵਾਰੀ ਨਹੀਂ ਵੀ ਮਿਲਦੀ ਹੈ, ਸੋ ਇਟ ਬਿਕਮ ਸੱਚ ਅ ਬਿਗ ਇਸ਼ੂ। ਸੋ ਆਈ ਥਿੰਕ ਆਈ ਨੋ ਸਾਡਾ ਪ੍ਰੀਮੀਅਮ ਮਤਲਬ ਸਾਡੇ ਜੋ ਮਿਨਿਸਟਰ ਕਲਾਰਕ ਹੈ, ਹੀ ਇਜ਼ ਦ ਮਿਨਿਸਟਰ ਆਫ ਮਿਊਨਿਸਪਲ ਅਫੇਅਰਸ ਐਂਡ ਹਾਊਸਿੰਗ, ਤੇ ਉਹ ਨਾ ਪੂਰੇ ਸਾਰਾ ਮਿਊਨਿਸਪੈਲਿਟੀਜ਼ ਲਾਰਜ ਮਿਊਨਿਸਪੈਲਿਟੀਜ਼ ਫਰਸਟ ਅਸੀਂ ਕਰਾਂਗੇ, ਫਿਰ ਦੈਨ ਰੂਰਲ ਅਸੀਂ ਬਾਅਦ 'ਚ ਕਰਾਂਗੇ। ਪਰ ਜਿਹੜੀ ਮੇਨ ਮਿਊਨਿਸਪੈਲਿਟੀ ਤਾਂ ਆਪਾਂ ਗੱਲ ਕਰ ਰਹੇ ਬਰੈਂਪਟਨ, ਮਿਸੀਸਾਗਾ, ਮਿਲਟਨ, ਟੋਰਾਂਟੋ, ਜੀ ਉਹਦੇ ਨਾਲ ਗੱਲ ਕਰਕੇ ਵੀ ਵਾਂਟ ਟੂ ਮੇਕ ਸ਼ੋਰ ਦੈਟ ਵੀ ਹੈਵ ਸਮ ਕਾਈਂਡ ਆਫ ਕੰਸਿਸਟੈਂਸੀ, ਕਿਉਂਕਿ ਇਹ ਬਹੁਤ ਜ਼ਿਆਦਾ ਕਨਫਿਊਜ਼ਿੰਗ ਹੈ। ਮੈਨੂੰ ਆਪ ਨਹੀਂ ਪਤਾ ਮਿਲਟਨ ਕਿੰਨਾ ਡਿਫਰੈਂਟ, ਮਿਸੀਸਾਗਾ ਤੇ ਬਰੈਂਪਟਨ, ਇਟ ਇਜ਼ ਰੀਅਲੀ ਕਨਫਿਊਜ਼ਿੰਗ। ਤੇ ਆਈ ਥਿੰਕ ਵੀ ਨੀਡ ਟੂ ਹੈਵ ਸਮ ਕਾਈਂਡ ਆਫ ਜਿਹੜੀ ਬਿਲ 108 ਅਸੀਂ ਪਾਸ ਕਰ ਦਿੱਤਾ, ਦੈਟ ਹੈਲਪਸ ਅ ਲਿਟਲ ਬਿਟ। ਉਹਦੇ ਅਸੀਂ ਥੋੜੇ ਗਾਈਡਲਾਈਨਸ, ਬਟ ਦੈਟ ਇਜ਼ ਮੋਰ ਨਿਊ ਹਾਊਸਿੰਗ। ਜਿਹੜੀ ਆਲਰੇਡੀ ਹਾਊਸਿਸ ਬਣੀ ਹੋਈ ਹੈ, ਆਈ ਥਿੰਕ ਦੈਟ ਇਜ਼ ਦ ਨੈਕਸਟ ਸਟੈਪ ਦੈਟ ਵੀ ਵਿਲ ਟੇਕ। ਪਰ ਉਹਨਾਂ ਦੇ ਸਵਾਲ ਬਹੁਤ ਅੱਛੇ, ਮੈਂ ਆਪਣੇ ਮਿਨਿਸਟਰ ਕਲਰਕ ਨੂੰ ਜ਼ਰੂਰ ਨਾਲ ਗੱਲ ਕਰਾਂਗੇ ਇਸ ਹਫ਼ਤੇ 'ਚ। ਜੀ, ਸੋ ਮੇਰੀ ਵੀ ਚੈਨਲ ਦੀ ਵੀ ਅਪੀਲ ਹੈ ਕਿ ਅਸੀਂ ਇਸ ਦੇ ਉੱਪਰ ਜ਼ਰੂਰ ਵਰਕ ਕਰੀਏ ਕਿਉਂਕਿ ਬਹੁਤ ਸਾਰਾ ਸਾਡਾ ਪੰਜਾਬੀ ਭਾਈਚਾਰਾ ਜਿਹੜਾ ਉਹ ਕੰਸਟਰਕਸ਼ਨ ਦੇ ਨਾਲ ਜੁੜਿਆ ਹੋਇਆ ਔਰ ਇੰਨੀਆਂ ਜ਼ਿਆਦਾ ਕਨਫਿਊਜ਼ਨ ਬਣੀਆਂ ਰਹਿੰਦੀਆਂ ਕਿ ਤੁਸੀਂ ਮਤਲਬ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਜਿਵੇਂ ਆਪਾਂ ਕੋਈ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਡਿਵਾਈਸਿਸ ਹੈ ਉਹ ਬਰੈਂਪਟਨ ਦੇ ਵਿੱਚ ਕਹਿੰਦੇ ਆ ਕਿ ਤੁਸੀਂ ਬੇਸਮੈਂਟਸ ਦੇ ਵਿੱਚ ਲਗਾਉਣੇ ਆ, ਮਿਸੀਸਾਗਾ 'ਚ ਕਹਿੰਦੇ ਤੁਸੀਂ ਨਹੀਂ ਲਗਾ ਸਕਦੇ, ਇੱਧਰ ਕੁਝ ਹੋਰ ਆ ਉੱਧਰ ਕੁਝ ਹੋਰ ਆ, ਕਨਫਿਊਜ਼ਨ ਬਣੀ ਰਹਿੰਦੀ ਹੈ ਜਿਹਦੇ ਕਰਕੇ ਜਿਹੜੇ ਕੰਟਰੈਕਟਰ ਹੈ ਜਾਂ ਇਹਦੇ ਨਾਲ ਜੁੜੇ ਹੋਏ ਜਿੰਨੇ ਵੀ ਕੰਮ ਨੇ ਜਾਂ ਵਰਕਰ ਨੇ ਉਹਨਾਂ ਨੂੰ ਕਨਫਿਊਜ਼ਨ ਹਮੇਸ਼ਾ ਬਣੀ ਰਹਿੰਦੀ ਹੈ। ਇਹਦੇ ਲਈ ਜ਼ਰੂਰ ਤੁਸੀਂ ਆਪਣੀ ਗੌਰਮੈਂਟ ਦੇ ਨਾਲ ਫੋਰਟ ਸਾਹਿਬ ਨਾਲ ਜ਼ਰੂਰ ਗੱਲ ਕਰਿਓ। ਔਰ ਅੱਗੇ ਮੇਰਾ ਸਵਾਲ ਇਹ ਹੈ ਕਿ ਬਹੁਤ ਸਾਰੀਆਂ ਗੌਰਮੈਂਟਸ ਆਈਆਂ ਔਰ ਜਾ ਰਹੀਆਂ, ਤੁਹਾਡੀ ਹੁਣ ਇਸ ਵਾਰੀ ਆਈ ਹੈ, ਤਾਂ ਇੱਕ ਬੜਾ ਹੀ ਸਿੰਪਲ ਜਿਹਾ ਸਵਾਲ ਹੈ, ਤੁਸੀਂ ਲਿਬਰਲਸ ਦੇ ਨਾਲੋਂ ਵੱਖਰਾ ਕੀ ਕਰ ਰਹੇ ਹੋ? ਬਹੁਤ ਅੱਛੇ ਸਵਾਲ ਹੈ। ਤਾਂ ਐਕਚੁਅਲੀ ਅੱਜ ਅਸੀਂ COVID-19 ਕਰਕੇ ਆਈ ਡੋਂਟ ਵਾਂਟ ਟੂ ਗੈਟ ਟੂ ਪੋਲੀਟੀਕਲ, ਪਰ ਕਈ ਵਾਰੀ ਪੋਲੀਟੀਕਲ ਹੋਣਾ ਵੀ ਪੈਂਦਾ। ਤੇ ਜਦੋਂ ਸਾਡਾ ਗਵਰਨਮੈਂਟ ਆਈ ਜੂਨ 2018 ਦੇ ਵਿੱਚ, ਅਸੀਂ ਕਈ ਰੀਜ਼ਨਸ ਸੀਗੇ, ਲੋਕੀ ਮਤਲਬ ਲਿਬਰਲਸ ਨੂੰ ਨਹੀਂ ਚਾਹੁੰਦਾ ਸੀਗੇ ਤੇ ਦੇ ਵਾਂਟਡ ਅਸ, ਕਿਉਂਕਿ ਸਪੈਸ਼ਲੀ ਜਿਹੜੀ ਆਪਣੇ ਹਾਈਡਰੋ ਰੇਟਸ ਉਹ ਬਹੁਤ ਜ਼ਿਆਦਾ ਵੱਧ ਗਏ ਸੀਗੇ ਆਪਣੇ ਹਰ ਬੰਦੇ ਲਈ, ਬਿਜ਼ਨਸਿਸ ਵਾਸਤੇ। ਜਿਹੜੀ ਬਿਜ਼ਨਸ ਮੈਨੂਫੈਕਚਰਿੰਗ ਇੰਡਸਟਰੀ ਤਾਂ ਬਿਲਕੁਲ ਬੰਦ ਹੋ ਗਏ ਸੀਗੇ, ਤੇ ਦੂਸਰੇ ਬਿਜ਼ਨਸਿਸ ਵਾਸਤੇ ਜਦੋਂ ਕੋਈ ਲੋਕ ਸੋਚਦੇ ਅਸੀਂ ਗਰੋ ਕਰਾਂਗੇ ਜਾਂ ਅਸੀਂ ਇੱਥੇ ਆ ਕੇ ਇਨਵੈਸਟਮੈਂਟ ਕਰਾਂਗੇ, ਉਹ ਬਿਲਕੁਲ ਬੰਦ ਹੋ ਗਏ ਸੀਗੇ। ਸੋ ਇਹਦੇ ਕਰਕੇ ਫਿਰ ਜੌਬਸ ਵੀ ਘੱਟ ਹੈ। ਸੋ ਵੀ ਵਾਂਟਡ ਟੂ ਮੇਕ ਸ਼ੋਰ ਅਸੀਂ ਹਾਈਡਰੋ ਰੇਟਸ ਜੋ ਵੀ ਹੈਗੇ ਅਸੀਂ ਥੋੜ੍ਹੇ ਅਫੋਰਡੇਬਲ ਰੱਖਣ। ਇੱਕ ਹੋਰ ਸੀ ਜਿਹੜੇ ਬਿਜ਼ਨਸਿਸ ਸਾਡੇ ਨਾਲ ਗੱਲ ਕਰ ਰਹੇ ਸੀਗੇ, ਵਾਈ ਦੇ ਵਰ ਨਾਟ ਕਮਿੰਗ ਟੂ ਕੈਨੇਡਾ, ਕਿਉਂਕਿ ਸਾਡਾ ਕਾਸਟ ਆਫ ਡੂਇੰਗ ਬਿਜ਼ਨਸ ਬਹੁਤ ਹਾਈ ਸੀ, ਸਾਡੇ ਰੈਗੂਲੇਸ਼ਨਸ ਬਹੁਤ ਜ਼ਿਆਦਾ ਨੇ।
ਫਿਰ ਅਸੀਂ ਇਹ ਕਰ ਰਹੇ ਹਾਂ we've had a legislation passed already on reduction of red tape and regulation ਤੇ ਹੋਰ ਵੀ ਆ ਰਹੀ ਹੈ ਪਰ ਅਸੀਂ ਇੰਡਸਟਰੀ ਨਾਲ ਕੱਲ ਬੈਠ ਕੇ ਗੱਲ ਵੀ ਕੀਤੀ ਕਿਹੜੀ ਈਜ਼ੀ ਹੈ ਜਿਹੜੀ ਰੈਗੂਲੇਸ਼ਨ ਜਿਹੜੀ ਬਹੁਤ ਜ਼ਿਆਦਾ ਆਊਟਡੇਟਡ ਹੈ ਜਾਂ provincial regulation ਵੀ ਹੈ ਕਿ federal ਵੀ regulation we don't have to have two so ਇਹਦੇ ਕਰਕੇ ਅਸੀਂ ਬਹੁਤ ਮਤਲਬ ਕਾਫੀ regulations ਅਸੀਂ ਘਟਾ ਦਿੱਤਾ businesses ਇਸ ਕਰਕੇ ਬਹੁਤ ਖੁਸ਼ ਹੈ and that's why pre COVID-19 or COVID-19 ਤੋਂ ਪਹਿਲੇ ਸਾਡਾ ਮਤਲਬ jobs ਬਹੁਤ create ਹੋਈ ਹੈ it was we were very happy with the job creation ਤੇ ਹੁਣ unfortunately ਜੋ situation ਹੈਗੀ it's in the other direction but we know ਅਸੀਂ ਬਿਲਕੁਲ ਤਿਆਰ ਹੈ ਜਦੋਂ ਵੀ ਸਾਡਾ economy ਥੋੜੇ grow ਕਰਾਂਗੇ we will continue to make sure we listen to you and we listen to businesses ਤਾਂ ਕਿ ਅਸੀਂ ਮਤਲਬ jobs ਹੋਰ ਵਧਾ ਸਕਦੇ so ਜੀ ਮੇਰਾ ਇੱਕ ਆਪਣੇ ਕੋਲ ਸਿਰਫ 3 ਮਿੰਟ ਬਾਕੀ ਨੇ ਉਹ ਇਹ ਹੈ ਕਿ ਸਵਾਲ ਆਪਾਂ ਪਿਛਲੀ ਵਾਰੀ ਵੀ ਜਦੋਂ ਲੰਮਾ ਟਾਈਮ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਵਰਕ ਪਰਮਿਟ ਨੂੰ ਲੈ ਕੇ ਜਾਂ LMI ਦਾ ਫਰਾਡ ਹੈ ਉਹਦੇ ਉੱਪਰ ਹਲੇ ਤੱਕ ਵੀ ਕੋਈ ਕੰਟਰੋਲ ਨਹੀਂ ਹੋ ਰਿਹਾ ਫਰਾਡ ਵੱਡੇ ਲੈਵਲ ਤੇ ਚੱਲ ਰਿਹਾ ਕੋਈ 30,000 35,000 40,000 ਡਾਲਰ ਦੇ ਵਿੱਚ LMI ਜਿਹੜੀਆਂ ਵਿਕ ਰਹੀਆਂ ਵਰਕ ਪਰਮਿਟ ਵਿਕ ਰਹੇ ਨੇ ਇਹਦੇ ਬਾਰੇ ਜਿਹੜੀ ਫੋਰਡ ਗਵਰਨਮੈਂਟ ਹੈ ਤੁਹਾਡੀ ਸਰਕਾਰ ਹੈ ਕੁਛ ਕਰ ਰਹੀ ਹੈ ਕੋਈ ਹਾਲੇ ਤਾਂ ਹੋ ਰਿਹਾ ਹੈ ਹਾਂਜੀ ਜਿਹੜੀ ਜੋ LMI ਹੈ ਵੈਸੇ ਫੈਡਰਲ ਇਸ਼ੂ ਹੈ but we do have an Ontario immigration nominee program ਪਰ unfortunately ਉਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਥੋੜੇ ਬੰਦੇ ਲੈ ਸਕਦੇ ਅਸੀਂ ਮੰਗੇ ਸੀ ਫੈਡਰਲ ਗਵਰਨਮੈਂਟ ਤੋਂ ਹੋਰ ਕਿਉਂਕਿ ਸਾਡੇ ਕਈ ਬਿਜ਼ਨੈਸਸ ਉਹ ਬਹੁਤ ਸਪੈਸ਼ਲਿਸਟ ਬੰਦੇ ਚਾਹੀਦਾ ਦੂਸਰੇ ਕੰਟਰੀਜ਼ ਤੋਂ ਇੱਥੇ ਆਉਣ ਲਈ ਪਰ LMI ਤੇ ਫਰਾਡ ਜੋ ਹੈਗੇ ਬਹੁਤ ਜ਼ਿਆਦਾ ਨੇ ਐਂਡ companies are taking advantage of it मैं कोई एक इंडस्ट्री नहीं पिक करूँगी क्योंकि काफ़ी इंडस्ट्रीज है but it's something that I think it needs to be cracked down on क्योंकि बिल्कुल सही है तुसी कोई 10,000 तो लेके कई मैं सुन चुकी $2 लाख तक मतलब families बुला रही है so this is an issue that it's unfair it's irresponsible देखो Canada is a beautiful place it's the best place in the world to live work and raise a family पर जो तुसी अपनी हर चीज़ बेच के you come here and you get caught you will be deported ਬਿਲਕੁਲ right so ਉਹ ਤੋਂ ਵੀ worse ਹੈ so please ਜੇ ਤੁਸੀਂ ਮਤਲਬ ਫਾਇਦਾ ਨਾ ਉਠਾਓ ਲੋਕਾਂ ਦੇ this is really taking advantage of people and it's wrong it's illegal and ਤੁਸੀਂ ਵੀ ਚਾਰਜ ਹੋਗੇ ਤੁਹਾਡੇ ਬਿਜ਼ਨਸ ਵੀ ਬੰਦ ਹੋ ਸਕਦੇ ਇੱਕ ਬਹੁਤ ਵੱਡਾ ਜਿਹੜਾ ਐਕਸਪਲੋਇਟ ਕੀਤਾ ਜਾ ਰਿਹਾ ਲੋਕਾਂ ਨੂੰ ਉਸ ਔਰ ਨਾਲ ਹੀ ਜੁੜਦਾ ਸਵਾਲ ਇਹ ਹੈ ਕਿ ਜਦੋਂ ਇਹ ਬਹੁਤ ਸਾਰਾ ਜਿਹੜਾ ਇਹ ਚੱਲ ਰਿਹਾ ਤੇ ਨਾਲ ਦੀ ਨਾਲ ਜਿਹੜੇ ਸਟੂਡੈਂਟਸ ਨਾਲ ਰਿਲੇਟਡ ਹੈ ਕਿ ਵੀ ਬੱਚਿਆਂ ਨੇ ਉੱਥੇ ਪੰਜਾਬ ਦੀ ਗੱਲ ਕਰੀਏ ਕਿ ਬਹੁਤ ਸਾਰੇ ਬੱਚਿਆਂ ਨੇ ਜਿਹੜੀਆਂ ਆਈਲੈਟਸ ਕੀਤੀ ਹੋਈ ਹੈ ਔਰ ਕਈ ਬੱਚਿਆਂ ਨੂੰ ਆਨਲਾਈਨ ਕਲਾਸਿਸ ਦਾ ਵੀ ਉੱਥੇ ਕਿਹਾ ਗਿਆ ਪਰ ਲੇਕਿਨ ਫੀਸਾਂ ਫੇਰ ਉਨੀਆਂ ਲਈਆਂ ਜਾ ਰਹੀਆਂ ਇੱਕ ਤਾਂ ਇਹ ਸਵਾਲ ਨਾਲ ਦੀ ਨਾਲ ਇਹ ਹੈ ਕਿ ਜਿਹੜੇ ਕਾਲਜਸ ਹੈ ਇਹ ਦੁਬਾਰਾ ਤੋਂ ਆਫਰ ਲੈਟਰਸ ਜਿਹੜੀਆਂ ਕਦੋਂ ਦੇਣੀਆਂ ਸ਼ੁਰੂ ਕਰਨਗੇ ਜਾਂ ਜਿਹੜੇ ਬੱਚਿਆਂ ਨੇ ਆਈਲੈਟਸ ਕੀਤੀ ਆ ਹੁਣ ਕਦੋਂ ਤੋਂ ਇਹ ਓਪਨ ਹੋਏਗਾ ਸਾਰਾ ਆਪਣੀ ਪ੍ਰੋਵਿੰਸ ਦੇ ਰਿਲੇਟਡ ਹਾਂਜੀ ਆਈ ਨੋ ਉਹਨਾਂ ਨੇ ਥੋੜੀ ਜਿਹੀ ਹੋਲਡ ਕੀਤੀ ਹੋਈ ਹੈ ਕਿਉਂਕਿ ਅਸੀਂ ਦੇਖਣਾ ਸਮਰ ਦੇ ਵਿੱਚ ਜਿਹੜੀ ਕੋਰਸਿਸ ਚੱਲ ਰਹੇ ਉਹ ਖੁੱਲਾਂਗੇ ਕਿ ਨਹੀਂ or is it going to be online again right ਕਿਉਂਕਿ ਕਲਾਸਰੂਮ ਟੀਚਿੰਗ ਇਸ ਵੇਲੇ ਥੋੜੇ unsure ਹੈ so we're waiting to make that decision hopefully in the coming days ਬਹੁਤਾ ਟਾਈਮ ਨਹੀਂ ਲਗਾਂਗੇ I know ਜਿਹੜੀ ਬੱਚੇ ਸੈਪਟੈਂਬਰ ਤੋਂ ਸ਼ੁਰੂ ਕਰਨੇ ਉਹ ਵੇਟ ਕਰ ਰਹੇ ਹੈ so we are talking to the minister this week to get some answers on whether we should be ਕਿਉਂਕਿ ਮੈਂ ਨਹੀਂ ਚਾਹੁੰਦੀ ਲੋਕੀ ਆਪਣੀ ਫੀਸ ਪੇ ਕਰਨ ਫਿਰ then they don't come that's very unfair I know ਜਿਹੜੀ ਬੱਚੇ ਹੁਣ ਹੈਗੇ ਜਿਹੜੀ ਗਾ ਦੀ ਫੀਸ ਉਹ ਮੰਗ ਰਹੇ ਹੈ ਅਸੀਂ ਉਹਨਾਂ ਤੋਂ ਵੀ ਅਸੀਂ ਕਹਿ ਦਿੱਤਾ ਕਾਲਜਸ ਨੂੰ to please hold it's very unfair to take the funding now if you're not teaching them so ਇਹਦੇ ਕਾਫੀ ਮਤਲਬ ਅੱਛੇ ਸਵਾਲ ਹੈਗੇ ਜਿਹੜੀ ਅਸੀਂ ਵਾਪਸ ਲਿਜਾ ਕੇ ਗੱਲ ਕਰਾਂਗੇ ਆਪਣੀ ਗਵਰਨਮੈਂਟ ਦੇ ਨਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਨੀਨਾ ਜੀ ਸਟੂਡੀਓ ਦੇ ਵਿੱਚ ਆਏ ਆ ਔਰ ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜਾ ਵਿਕਟੋਰੀਆ ਡੇਜ਼ ਦੀਆਂ ਇੱਕ ਤਾਂ ਵਧਾਈਆਂ ਦੇਣ ਲਈ ਆਏ ਆ ਔਰ ਨਾਲ ਦੀ ਨਾਲ ਜਿਹੜੀਆਂ ਬਹੁਤ ਸਾਰੀ ਅਪਡੇਟ ਤੁਸੀਂ ਦਿੱਤੀ ਹੈ ਉਹ ਸਾਡੇ ਦਰਸ਼ਕਾਂ ਨੂੰ ਸ਼ਾਇਦ ਬਹੁਤ ਵੱਡੀ ਜਿਹੜੀ ਕਨਫਿਊਜ਼ਨ ਆ ਉਹ ਕਲੀਅਰ ਹੋ ਜਾਏਗੀ ਔਰ ਮੈਂ ਅਪੀਲ ਕਰਦਾ ਵਿਜ਼ਨ ਪੰਜਾਬ ਦੀ ਟੀਮ ਵੱਲੋਂ ਵਿਜ਼ਨ ਪੰਜਾਬ ਚੈਨਲ ਵੱਲੋਂ ਔਰ ਮੇਰੇ ਵੱਲੋਂ ਖਾਸ ਤੌਰ ਤੇ ਕਿ ਤੁਸੀਂ ਆਪਣੀ ਗਵਰਨਮੈਂਟ ਨੂੰ ਪਲੀਜ਼ ਜਿਹੜੇ ਸਟੂਡੈਂਟਸ ਦੀਆਂ ਸਾਡੇ ਕੰਟਰੈਕਟਰਸ ਦੀਆਂ ਟੈਕਸੀ ਡਰਾਈਵਰਸ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਬਾਰੇ ਜ਼ਰੂਰ ਡਿਸਕਸ ਕਰੋਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਨੂੰ ਨੁਮਾਇੰਦਗੀ ਦਿੱਤੀ ਗਈ ਹੈ ਸਾਡੇ ਲੋਕਾਂ ਵੱਲੋਂ ਉਹ ਬਰਕਰਾਰ ਬਣੀ ਰਹੇ नहीं हाँ जी थैंक यू एक बार फिर मैं सिर्फ अपने फ़ोन नंबर तो दे देंगे कि तो कोई भी सवाल कोई क्वेश्चंस कोई सजेशंस भी देना 905-569-1643 कॉल कर लो मैसेज छड़ दो and we will definitely get back to you we have people that speak in my office Punjabi Hindi भी Urdu भी we have different language speaking people so please anytime जब तुसी मेरी राइटिंग च नहीं भी रह रही please feel free to reach out
ਬਹੁਤ ਬਹੁਤ ਸ਼ੁਕਰੀਆ ਨੀਨਾ ਜੀ ਇੱਕ ਵਾਰੀ ਫਿਰ ਤੋਂ, ਔਰ ਸ਼ੁਕਰੀਆ ਤੁਹਾਡਾ ਵੀ ਦਰਸ਼ਕੋ। ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ। ਔਰ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਅਸੀਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ। ਹੋਰ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ, ਸ਼ੱਬਾ ਖੈਰ।